ਅਵਰ ਨ ਸੁਜੈ ਦੂਜੀ ਠਾਹਰ, ਹਾਰ ਪਰਿਉ ਤੋ ਦੁਆਰੀ। ਲਿਖਾ ਛੋੜ ਅਲਿਖੈ ਛੁਟਹਿ, ਹਮ ਨਿਰਗੁਣ ਲਿਹੁ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਉ, ਰਾਖ ਲਿਹੁ ਇਹ ਬਾਰੀ। ਲਿਖੈ ਕਤਹਿ ਨ ਛੁਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਾਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਾਂ ਕਰੀ ਵਖਿਆਨ। ਦਾਸਨ ਦਾਸ ਕਹਿ ਜਾਨ ਨਾਨਕ, ਜਿਹਾ ਤੂੰ ਕਰੇ ਤਿਹਾ ਹਾਂ ਕਰੀ ਵਖਿਆਨ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਮਨ ਇੱਛਾ ਦਾਨ ਕਰਣੰ, ਸਰਬੱਤਰ ਆਸਾ ਪੂਰਨ ਹੈ। ਖੰਡਨੰ ਕਲ ਕਲੇਸਹਿ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਹਬ ਰੰਗ ਮਾਣ ਹੈ ਜਿਸ ਸੰਗ, ਤੈਸਿਓ ਲਾਈਐ ਨੇਹੋ। ਸੋ ਸੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਪੌੜੀ। ਜੀਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ। ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ। ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ। ਸਾਧ ਸੰਗ ਹਰ ਗੁਣ ਰਮਹੋ, ਬਿਨਸੇ ਸਭ ਰੋਗ। ਸਾਧ ਸੰਗ ਹਰ ਗੁਣ ਰਮਹੋ, ਬਿਨਸੇ ਸਭ ਰੋਗ। ਸ਼ਲੋਕ। ਮਨ ਇੱਛਾ ਦਾਨ ਕਰਣੰ, ਸਰਬੱਤਰ ਆਸਾ ਪੂਰਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ।
ਆਪ ਸੰਗਤਾਂ ਨੇ ਕੱਲ ਜੈਤ ਸ੍ਰੀ ਵਾਰ ਦੇ 2 ਸ਼ਲੋਕਾਂ ਦੀ ਕਥਾ ਸਰਵਣ ਕੀਤੀ ਸੀ। ਹੁਣ ਅੱਗੇ ਦੀ ਕਥਾ ਆਰੰਭ ਹੋਣ ਲੱਗੀ ਹੈ। ਦਿਗਵਿਜੈ ਪੰਡਤ ਆਇਆ ਹੈ। ਉਸ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਸਰਵਣ ਕਰਵਾਓ। ਤਾਂ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ। ਸ਼ਲੋਕ ਕਾਵਿ ਰਚਨਾ ਵਿੱਚ ਛੰਦ ਦਾ ਨਾਮ ਹੈ। ਸ਼ਲੋਕ ਛੰਦ ਦੁਆਰਾ ਗੁਰੂ ਮਹਾਰਾਜ ਇਹ ਪਾਵਨ ਬਾਣੀ ਉਚਾਰਨ ਕਰ ਰਹੇ ਹਨ। ਮਨ ਇੱਛਾ ਦਾਨ ਕਰਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਹਰਾਂ ਦਾ ਸਾਈਂ ਹੈ। ਜੋ ਵੀ ਸਾਡੇ ਮਨ ਦੀ ਇੱਛਾ ਹੁੰਦੀ ਹੈ ਉਹਦੇ ਅਨੁਸਾਰ ਉਹ ਦਾਨ ਕਰਦਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। 3 ਪ੍ਰਕਾਰ ਦੀ ਇੱਛਾ ਹਰ ਮਨੁੱਖ ਦੇ ਮਨ ਅੰਦਰ ਹੁੰਦੀ ਹੈ। ਸੁਤ ਬਿਤ ਲੋਕ ਈਖਣਾ ਤੀਨੀ। ਇੱਕ ਤਾਂ ਇਹ ਇੱਛਾ ਹੁੰਦੀ ਹੈ ਕਿ ਮੇਰੇ ਘਰ ਪੁੱਤਰ ਹੋਵੇ। ਦੂਜੀ ਇੱਛਾ ਇਹ ਹੁੰਦੀ ਹੈ ਮੇਰੇ ਘਰ ਵਿੱਚ ਧਨ ਹੋਵੇ। ਤੀਜੀ ਇੱਛਾ ਇਹ ਵੀ ਹੁੰਦੀ ਹੈ ਕਿ ਮੇਰਾ ਲੋਕਾਂ ਦੇ ਵਿੱਚ ਮਾਣ ਸਨਮਾਨ ਵੀ ਹੋਵੇ। ਇਹ 3 ਇੱਛਾ ਹਰ ਮਨੁੱਖ ਦੇ ਮਨ ਦੇ ਅੰਦਰ ਹੁੰਦੀਆਂ ਨੇ। ਹਜ਼ੂਰ ਫਰਮਾਉਂਦੇ ਨੇ ਮਨ ਇੱਛਾ ਦਾਨ ਕਰਨਾ। 3 ਪ੍ਰਕਾਰ ਦੀ ਹੋਰ ਵੀ ਵਾਸ਼ਨਾ ਹੁੰਦੀ ਹੈ। ਦੀ ਵਾਸ਼ਨਾ, ਲੋਕ ਵਸਤਰ ਵਾਸ਼ਨਾ। ਦੀ ਵਾਸ਼ਨਾ ਸਾਡਾ ਸਰੀਰ ਨਾਲ ਮੋਹ ਹੁੰਦਾ ਹੈ। ਅਸੀਂ ਆਪਣੇ ਸਰੀਰ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰਦੇ ਹਾਂ। ਆਪਣੇ ਸਰੀਰ ਨੂੰ ਨਵਾਂ ਨਰੂਆ ਰੱਖਣ ਦੇ ਲਈ ਕਈ ਤਰ੍ਹਾਂ ਦੀਆਂ ਦਵਾਈਆਂ, ਕਈ ਨੁਸਖੇ, ਕਈ ਫਾਰਮੂਲੇ, ਕਈ ਔਸ਼ਧੀਆਂ ਵਰਤਦੇ ਹਨ। ਇਹ ਸਰੀਰ ਦੀ ਇੱਛਾ ਹੋਣੀ ਵੀ ਸਰੀਰ ਮੇਰਾ ਤੰਦਰੁਸਤ ਰਹੇ, ਇਹ ਵੀ ਇੱਛਾ ਹੁੰਦੀ ਹੈ। ਹੁਣ ਮਹਾਂਮਾਰੀ ਦਾ ਕਰੂਪ ਚੱਲਿਆ ਹੋਇਆ ਹੈ। ਕਰੋਨਾ ਵਾਇਰਸ ਦੇ ਨਾਲ ਸਾਰੀ ਦੁਨੀਆ ਵਿੱਚ ਹਾਹਾਕਾਰ ਮੱਚੀ ਹੋਈ ਹੈ। ਹਰ ਮਨੁੱਖ ਚਾਹੁੰਦਾ ਹੈ ਮੇਰੇ ਤਨ ਦੀ ਸੁਰੱਖਿਆ ਹੋਵੇ। ਇੱਛਾ ਹੈ ਨਾ, ਦੀ ਵਾਸ਼ਨਾ। ਅਤੇ ਦੂਸਰੀ ਹੈ ਲੋਕ ਵਾਸ਼ਨਾ। ਲੋਕ ਵਾਸ਼ਨਾ ਦੇ ਵਿੱਚ ਬਈ ਲੋਕਾਂ ਦੇ ਵਿੱਚ ਮੇਰਾ ਸਤਿਕਾਰ ਹੋਵੇ, ਲੋਕਾਂ ਵਿੱਚ ਮੇਰੀ ਵਡਿਆਈ ਹੋਵੇ। ਇਹ ਵੀ ਇੱਛਾ ਬਹੁਤੇ ਲੋਕ ਰੱਖਦੇ ਨੇ। ਸ਼ਾਸਤਰ ਵਾਸ਼ਨਾ ਉਸ ਨੂੰ ਕਹਿੰਦੇ ਨੇ ਬਈ ਮੈਂ ਬਹੁਤੀ ਵਿੱਦਿਆ ਪੜ੍ਹਾਂ, ਬਹੁਤੇ ਗ੍ਰੰਥ ਪੜ੍ਹਾਂ। ਇਹ ਵੀ ਇੱਛਾ ਹੁੰਦੀ ਹੈ। ਸ਼ਾਸਤਰ ਵਾਸ਼ਨਾ ਅੱਗੇ 3 ਪ੍ਰਕਾਰ ਦੀ ਹੁੰਦੀ ਹੈ। ਪਾਠ ਵਾਸ਼ਨਾ, ਅਰਥ ਵਾਸ਼ਨਾ, ਅਨੁਸ਼ਠਾਨ ਵਾਸ਼ਨਾ। ਪਾਠ ਵਾਸ਼ਨਾ ਮੈਂ ਵਧੀਆ ਪਾਠ ਕਰਾਂ। ਅਰਥ ਵਾਸ਼ਨਾ ਮੈਨੂੰ ਅਰਥਾਂ ਦਾ ਵੀ ਬੋਧ ਹੋਵੇ। ਅਨੁਸ਼ਠਾਨ ਜੋ ਕੁਝ ਗ੍ਰੰਥਾਂ ਵਿੱਚ ਲਿਖਿਆ ਹੋਇਆ ਮੈਂ ਉਹਦਾ ਅਮਲ ਵੀ ਕਰਾਂ। ਅਨੁਸ਼ਠਾਨ ਅਮਲ ਕਰਨ ਨੂੰ ਕਹਿੰਦੇ ਨੇ। ਪ੍ਰੈਕਟੀਕਲ ਉਪਦੇਸ਼ ਨੂੰ ਕਮਾਉਣਾ, ਇਹ ਵੀ ਇੱਛਾ ਹੁੰਦੀ ਹੈ। ਪਰ ਇਹ ਕਿਸੇ ਵਿਰਲੇ ਦੇ ਮਨ ਦੇ ਵਿੱਚ ਇੱਛਾ ਜਾਗਦੀ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ
ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਇੱਛਾ ਅਨੁਸਾਰ ਦਾਨ ਕਰਨ ਵਾਲਾ ਹੈ, ਸਰਬੱਤਰ ਆਸਾ ਪੂਰਨ ਹੈ। ਜਿਤਨੇ ਜੀਵ ਨੇ ਸਾਰਿਆਂ ਦੀ ਆਸਾ ਤੋਂ ਭਾਵ ਹੈ ਜਿਹੜੀ ਇੱਛਾ ਹੈ ਉਹਨੂੰ ਪੂਰੀਆਂ ਕਰਦਾ ਹੈ। ਕੱਲੇ ਕੱਲੇ ਮਨੁੱਖ ਦੇ ਮਨ ਦੀ ਇੱਛਾ ਨੂੰ ਵੀ ਵਾਹਿਗੁਰੂ ਪੂਰੀ ਕਰਦਾ ਹੈ ਅਤੇ ਸਮੁੱਚੇ ਸੰਸਾਰ ਦੀ ਹਰ ਇੱਛਾ ਨੂੰ ਵਾਹਿਗੁਰੂ ਪਰਮੇਸ਼ਰ ਪੂਰਨ ਕਰਨ ਵਾਲਾ ਹੈ। ਖੰਡਨੰ ਕਲ ਕਲੇਸਹਿ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ। ਖੰਡਨੰ ਕਾਲ ਕਲੇਸ਼ ਹੈ, ਜਿਤਨੇ ਕਲਪਨਾ ਕਲੇਸ਼ ਨੇ ਉਹਨਾਂ ਨੂੰ ਖੰਡਨੰ ਦਾ ਅਰਥ ਹੈ ਨਾਸ਼ ਕਰਨ ਵਾਲਾ ਹੈ। 5 ਕਲੇਸ਼ ਮੰਨੇ ਨੇ, ਅਵਿਦਿਆ, ਅਸਮਤਾ, ਅਭਿਨਵੇਸ਼, ਰਾਗ, ਦਵੈਸ਼, 5 ਕਲੇਸ਼। ਇਹ ਸਾਰੇ ਕਲਪਨਾ ਕਲੇਸ਼ਾਂ ਨੂੰ ਵਾਹਿਗੁਰੂ ਨਾਸ਼ ਕਰਦਾ ਹੈ। ਫਿਰ ਉਹ ਵਾਹਿਗੁਰੂ ਹੈ ਕਿੱਥੇ? ਹਜ਼ੂਰ ਕਹਿੰਦੇ ਨਾ ਪ੍ਰਭ ਸਿਮਰ ਨਾਨਕ ਨਹਿ ਦੂਰ ਨਾ, ਉਹ ਕਦੀ ਦੂਰ ਨਹੀਂ ਹੈ। ਕਹਿ ਰਵਿਦਾਸ ਹਾਥ ਪੈ ਨੀਰੇ ਸਹਜੇ ਹੋਏ ਸੋ ਹੋਈ, ਉਹ ਹੱਥਾਂ ਪੈਰਾਂ ਦੇ ਨਾਲੋਂ ਵੀ ਨੇੜੇ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਦਾ ਅੰਗ ਸੰਗੇ ਅਪੰਗੰ ਬਪੂਤੇ। ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਜਹ ਜਹ ਮਨ ਤੂੰ ਧਾਮਦਾ ਤਹਿ ਤਹਿ ਹਰ ਜੀਉ ਤੇਰੇ ਨਾਲੇ। ਅਸੀਂ ਜਿੱਥੇ ਵੀ ਜਾਂਦੇ, ਸਾਡਾ ਮਨ ਜਿੱਥੇ ਵੀ ਜਾਂਦਾ ਹੈ ਵਾਹਿਗੁਰੂ ਉੱਥੇ ਹੀ ਨਾਲ ਰਹਿੰਦਾ ਹੈ। ਜਹ ਜਹ ਪੇਖੋਂ ਤਹਿ ਹਜੂਰ ਦੂਰ ਕਤਹੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਕਦੇ ਦੂਰ ਨਹੀਂ ਜਾਂਦਾ। ਪ੍ਰਭ ਸਿਮਰ, ਉਸ ਵਾਹਿਗੁਰੂ ਪਰਮੇਸ਼ਰ ਨੂੰ ਭਾਈ ਹਰ ਵੇਲੇ ਯਾਦ ਕਰਨਾ ਚਾਹੀਦਾ ਹੈ। ਹਬ ਰੰਗ ਮਾਣ ਹੈ ਜਿਸ ਸੰਗ ਤੈਸਿਓ ਲਾਈਐ ਨੇਹੋ। ਗਰੀਬ ਨਿਵਾਜ ਸਤਿਗੁਰੂ ਜੀ ਉਸ ਵਾਹਿਗੁਰੂ ਪਰਮੇਸ਼ਰ ਦੇ ਪਰਉਪਕਾਰ ਯਾਦ ਕਰਵਾ ਰਹੇ ਹਨ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਬ ਰੰਗ ਮਾਣ, ਅਸੀਂ ਸਾਰੇ ਤਰ੍ਹਾਂ ਦੇ ਰੰਗ ਆਨੰਦ ਮਾਣ ਰਹੇ ਹਾਂ। ਖਾਣ ਦੇ, ਪਹਿਨਣ ਦੇ, ਸਾਰੇ ਤਰ੍ਹਾਂ ਦੇ ਆਨੰਦ ਅਸੀਂ ਮਾਣ ਰਹੇ ਹਾਂ। ਤੈਸੇ ਉਲਾਈਆ ਨੇਹੋ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਪ੍ਰਕਾਰ ਦੇ ਅਸੀਂ ਆਨੰਦ ਮਾਣ ਰਹੇ ਹਾਂ। ਅਤੇ ਉਸ ਵਾਹਿਗੁਰੂ ਦੇ ਨਾਲ ਸਾਨੂੰ ਨੇਹੋਂ ਦਾ ਅਰਥ ਹੈ ਪ੍ਰੇਮ ਲਾਉਣਾ ਚਾਹੀਦਾ ਹੈ। ਜੇ ਵਾਹਿਗੁਰੂ ਕਿਰਪਾ ਕਰਦਾ ਹੈ ਫਿਰ ਹੀ ਸਾਨੂੰ ਸਾਰੇ ਸੁੱਖ, ਸਾਰੇ ਆਨੰਦ ਪ੍ਰਾਪਤ ਹੁੰਦੇ ਨੇ। 12ਵਾਂ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਰੰਗ ਸਭੇ ਨਾਰਾਇਣ ਹੈ ਜੇ ਤੇ ਮਨ ਭਾਵਨ। ਜਿੰਨੇ ਸਾਡੇ ਮਨ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਪਿਆਰੇ ਲੱਗਦੇ ਹਨ, ਉਹ ਸਾਰੇ ਰੰਗ ਵਾਹਿਗੁਰੂ ਪਰਮੇਸ਼ਰ ਦੇ ਪਾਸ ਨੇ ਅਤੇ ਉਹਦੀ ਕਿਰਪਾ ਦੇ ਨਾਲ ਹੀ ਅਸੀਂ ਸਾਰੇ ਉਹ ਆਨੰਦ ਮਾਣਦੇ ਹਾਂ। ਅਤੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਆਨੰਦ ਮਾਣ ਰਹੇ ਹਾਂ, ਹਜ਼ੂਰ ਕਹਿੰਦੇ ਉਹਦੇ ਨਾਲ ਪ੍ਰੇਮ ਕਰਨਾ ਚਾਹੀਦਾ, ਉਹਦੇ ਨਾਲ ਪਿਆਰ ਲਾਉਣਾ ਚਾਹੀਦਾ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ। ਬਾਰ ਬਵਸਾ ਤੁਝ ਹੈ ਪਿਆਰੈ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇਹੋ ਨਿਰਗੁਣ ਗੁਣ ਕਿਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਇਹ ਉਸ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾਏ ਨੇ, ਜਿਸ ਵਾਹਿਗੁਰੂ ਦੀ ਮਿਹਰ ਦੇ ਨਾਲ ਅਸੀਂ ਹਰ ਤਰ੍ਹਾਂ ਦੇ ਆਨੰਦ ਮਾਣ ਰਹੇ ਹਾਂ। ਉਹਦੇ ਨਾਲ ਸਾਨੂੰ ਪ੍ਰੇਮ ਲਾਉਣਾ ਚਾਹੀਦਾ ਹੈ। ਸੋ ਸਹੁ ਬਿੰਦ ਨਾ ਵਿਸਰੋ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਗਰੀਬ ਨਿਵਾਜ ਸਤਿਗੁਰੂ ਜੀ ਉਸ ਵਾਹਿਗੁਰੂ ਦਾ ਹੋਰ ਵੀ ਇੱਕ ਵੱਡਾ ਪਰਉਪਕਾਰ ਯਾਦ ਕਰਵਾਉਂਦੇ ਹਨ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਇੱਥੇ ਦੇਹ ਪੁਲਿੰਗ ਸ਼ਬਦ ਵਰਤਿਆ ਹੈ, ਹਾਹੇ ਨੂੰ ਔਂਕੜ ਹੈ। ਦੇਹ ਦਾ ਅਰਥ ਹੋ ਗਿਆ ਸਰੀਰ। ਵੈਸੇ ਦੇਹ ਸ਼ਬਦ ਇਸਤਰੀ ਲਿੰਗ ਵਰਤਿਆ ਜਾਂਦਾ ਹੈ, ਪਰ ਇੱਥੇ ਔਂਕੜ ਦੇ ਨਾਲ ਪੁਲਿੰਗ
ਬਣਾਇਆ ਗਿਆ ਹੈ, ਜਿਸ ਵਾਹਿਗੁਰੂ ਨੇ ਸੁੰਦਰ ਸਰੀਰ ਰਚਿਆ ਹੈ। ਸਰੀਰ ਕਿੰਨਾ ਅਮੋਲਕ ਹੈ। ਸਭ ਕੁਛ ਗੋਬਿੰਦ ਨੇ ਦਿਆ ਜਬ ਦੀਨੀ ਮਾਨੁਖ ਦੇ। ਜਦੋਂ ਮਨੁੱਖ ਨੂੰ ਮਨੁੱਖਾ ਦੇ ਪ੍ਰਾਪਤ ਹੋ ਗਈ, ਸਮਝ ਲਓ ਵਾਹਿਗੁਰੂ ਨੇ ਸਾਡੇ 'ਤੇ ਬਹੁਤ ਵੱਡਾ ਪਰਉਪਕਾਰ ਕਰ ਦਿੱਤਾ। ਕਿਉਂ? 84 ਹੀ ਲੱਖ ਜੂਨ ਵਿੱਚ ਉਤਮ ਜਨਮ ਸੋ ਮਾਨਸ ਦੇਹੀ। 84 ਲੱਖ ਜੂਨਾਂ ਭੋਗ ਕੇ ਫਿਰ ਸਾਨੂੰ ਇਹ ਮਨੁੱਖਾ ਦੇ ਪ੍ਰਾਪਤ ਹੁੰਦੀ ਹੈ। ਇਸ ਮਨੁੱਖਾ ਦੇ ਇੰਨੀ ਅਮੋਲਕ ਹੈ, ਇੱਕ ਅੰਗ ਦਾ ਕੋਈ ਮੁੱਲ ਨਹੀਂ ਦੱਸਿਆ ਜਾ ਸਕਦਾ। ਇੱਕ ਮਨਮੁਖ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੋਸ ਰਿਹਾ ਸੀ, ਉਲਾਮੇ ਦੇ ਰਿਹਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੂੰ ਕਿਉਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਗਿਲੇ ਸ਼ਿਕਵੇ ਕਰ ਰਿਹਾ ਹੈ? ਉਹਦਾ ਅੱਗੋਂ ਜਵਾਬ ਸੀ, ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਕੁਝ ਨਹੀਂ, ਮੈਂ ਬਿਲਕੁਲ ਗਰੀਬ ਹਾਂ, ਨਿਮਾਣਾ ਅਤੇ ਨਤਾਣਾ ਹਾਂ, ਮੇਰੀ ਦੁਨੀਆ ਦੇ ਵਿੱਚ ਕੋਈ ਪੁੱਛ ਗਿੱਛ ਨਹੀਂ ਹੁੰਦੀ, ਇਸੇ ਲਈ ਮੈਂ ਵਾਹਿਗੁਰੂ 'ਤੇ ਗਿਲੇ ਸ਼ਿਕਵੇ ਕਰ ਰਿਹਾ ਹਾਂ। ਤਾਂ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਆਹ ਜੋ ਸਰੀਰ ਹੈ ਤੈਨੂੰ ਦਿੱਤਾ, ਇਹ ਕਿਸ ਨੇ ਦਿੱਤਾ ਹੈ? ਕਹਿੰਦਾ ਇਹ ਸਰੀਰ ਤੋਂ ਮੈਂ ਲੈਣਾ ਕੀ ਹੈ, ਇਹਦਾ ਕੀ ਮੁੱਲ ਹੈ? ਤਾਂ ਹਜ਼ੂਰ ਕਹਿੰਦੇ, ਭਾਈ ਤੂੰ ਇਹ ਨਾ ਪੁੱਛ ਇਹਦਾ ਮੁੱਲ ਕੀ ਹੈ, ਤੂੰ ਦੱਸ ਤੈਨੂੰ ਚਾਹੀਦਾ ਕੀ ਹੈ? ਕਹਿੰਦਾ ਮੈਨੂੰ ਤਾਂ ਧਨ ਚਾਹੀਦਾ, ਮੈਨੂੰ ਤਾਂ ਮਾਇਆ ਚਾਹੀਦੀ ਹੈ। ਹਜ਼ੂਰ ਕਹਿੰਦੇ, ਚੰਗਾ ਮੂੰਹ ਮੰਗੀ ਮਾਇਆ ਦੇ ਦੇਵਾਂਗੇ, ਪਰ ਸਰੀਰ ਦਾ ਇੱਕ ਇੱਕ ਅੰਗ ਅਸੀਂ ਲੈਣ ਲਈ ਤਿਆਰ ਹਾਂ। 10,000 ਦੇ 10,000 ਲੈ ਤੇ ਇੱਕ ਹੱਥ ਕੱਟ ਕੇ ਦਿੱਤੀ। ਕਹਿਣ ਲੱਗਾ, ਜੇ ਮੈਂ ਹੱਥ ਹੀ ਕੱਟ ਦਿੱਤਾ ਤੇ ਫਿਰ ਮੈਂ ਕੰਮ ਕਿਵੇਂ ਕਰਾਂਗਾ, ਕਿਰਿਆ ਕਿਵੇਂ ਕਰਾਂਗਾ, ਕਿਵੇਂ ਖਾਵਾਂ ਪੀਵਾਂਗਾ? ਕੁਝ ਨਹੀਂ ਹੋ ਸਕਦਾ। ਜੇ ਦੋਵੇਂ ਹੱਥ ਕੱਟੇ ਜਾਣ ਫਿਰ ਪਤਾ ਲੱਗਦਾ ਹੈ ਮਨੁੱਖ ਕਿੰਨਾ ਬੇਬਸ ਹੋ ਜਾਂਦਾ ਹੈ, ਨਿਮਾਣਾ ਅਤੇ ਨਿਤਾਣਾ ਹੋ ਜਾਂਦਾ ਹੈ। ਹਜ਼ੂਰ ਕਹਿੰਦੇ 20,000 ਲੈ ਲਵੀਂ, ਇੱਕ ਪੈਰ ਕੱਟ ਕੇ ਦੇ ਦੇ। ਕਿੱਥੋਂ ਦਿੱਤਾ ਜਾਂਦਾ? ਅਸੀਂ ਉਹਨਾਂ ਚਿਰ ਇਹ ਸਰੀਰ ਦੀ ਅੰਗਾਂ ਦਾ ਮੁੱਲ ਨਹੀਂ ਜਾਣ ਸਕਦੇ ਜਿੰਨਾ ਚਿਰ ਕੋਈ ਅੰਗ ਨਕਾਰਾ ਨਹੀਂ ਹੋ ਜਾਂਦਾ। ਕਿਸੇ ਦਾ ਹੱਥ ਕੱਟਿਆ ਜਾਂਦਾ, ਕਿਸੇ ਦੀ ਲੱਤ ਵੱਢੀ ਜਾਂਦੀ, ਫਿਰ ਉਹਦੀ ਕੀਮਤ ਦਾ ਪਤਾ ਲੱਗਦਾ। ਹਜ਼ੂਰ ਕਹਿੰਦੇ ਤੂੰ ਇੱਕ ਅੱਖ ਦੇ ਦੇ, ਚਾਹੇ ਲੱਖ ਰੁਪਈਆ ਲੈ ਲਵੀਂ, ਤੂੰ ਸਿਰ ਦੇ ਦੇ, ਕਰੋੜ ਰੁਪਈਆ ਲੈ ਲਵੀਂ। ਫਿਰ ਝਾਕੀ ਤਾਂ ਠਾਂ ਕਹਿੰਦਾ, ਮਹਾਰਾਜ ਇਹ ਤਾਂ ਬਹੁਤ ਔਖੀ ਗੱਲ ਹੈ। ਹਜ਼ੂਰ ਕਹਿੰਦੇ ਫਿਰ ਕਿਉਂ ਵਾਹਿਗੁਰੂ 'ਤੇ ਗਿਲੇ ਸ਼ਿਕਵੇ ਕਰ ਰਹੇ ਹਨ? ਸਭ ਕੁਛ ਗੋਬਿੰਦ ਨੇ ਦਿਆ ਜਬ ਦੀਨੀ ਮਾਨੁਖ ਦੇ। ਮਨੁੱਖ ਕੀ ਨਹੀਂ ਹਾਸਲ ਕਰ ਸਕਦਾ? ਮਿਹਨਤ ਕਰਨੀ ਪੈਂਦੀ ਹੈ, ਮਿਹਨਤ ਦੇ ਨਾਲ ਆਦਮੀ ਬਹੁਤ ਕਾਮਯਾਬ ਹੁੰਦਾ। ਸਾਡੇ ਦੇਖਦਿਆਂ ਹੁਣ ਡਾਕਟਰ ਅਨੋਖ ਸਿੰਘ ਜੀ ਭਾਵੇਂ ਪਹਿਲਾਂ ਇਹ ਵੀ ਸਾਧਾਰਨ ਹੀ ਇਨਸਾਨ ਸਨ, ਮਹਾਂਪੁਰਖਾਂ ਦੀ ਸੇਵਾ ਸੰਗਤ ਕਰਨ ਲੱਗ ਪਏ, ਸੰਗਤ ਦੀ ਮਹਾਂਪੁਰਖਾਂ ਦੀ ਖੁਸ਼ੀ ਪ੍ਰਾਪਤ ਹੋਈ ਅਤੇ ਹੁਣ ਵੇਖ ਲਓ ਲਹਿਰਾਂ ਬਹਿਰਾਂ ਹੋ ਗਈਆਂ ਸਨ। ਸਭ ਕੁਛ ਘਰ ਦੇ ਵਿੱਚ ਵਾਹਿਗੁਰੂ ਨੇ ਦਾਤਾਂ ਬਖਸ਼ਿਸ਼ ਕਰ ਦਿੱਤੀਆਂ, ਕਿਸੇ ਗੱਲ ਦੀ ਕਮੀ ਨਹੀਂ ਹੈ। ਅਤੇ ਜੇ ਕੋਈ ਆਖੇ ਵੀ ਮੈਨੂੰ ਰੱਬ ਨੇ ਦਿੱਤਾ ਕੀ ਹੈ, ਰੱਬ ਨੇ ਲੁਕੋਇਆ ਵੀ ਕੀ ਹੈ ਸਾਡੇ ਕੋਲੋਂ? ਮਿਹਨਤ ਕਰਕੇ ਲੈਣਾ ਪੈਂਦਾ। ਇਸੇ ਲਈ ਹਜ਼ੂਰ ਕਹਿੰਦੇ ਉਹ ਵਾਹਿਗੁਰੂ, ਉਹ ਪਤੀ ਪਰਮੇਸ਼ਰ ਬਿੰਦ ਨਾ ਵਿਸਰੋ। ਬਿੰਦ ਦਾ ਅਰਥ ਹੈ ਥੋੜ੍ਹੇ ਮਾਤਰ ਵੀ, ਥੋੜ੍ਹਾ ਸਮਾਂ ਵੀ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ, ਜਿਸ ਨੇ ਬੜਾ ਸੁੰਦਰ ਸਰੀਰ ਸਾਡਾ ਬਣਾਇਆ ਹੈ। ਪੌੜੀ ਜੀਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ। ਹੁਣ ਪੌੜੀ ਵਿੱਚ ਵੀ ਉਸੇ ਸਿਧਾਂਤ ਦਾ ਅਨੁਵਾਦ ਕਰਦੇ ਹਨ। ਪੌੜੀ ਛੰਦ ਦਾ ਨਾਮ ਹੈ। ਦੇਖੋ ਉਸ ਵਾਹਿਗੁਰੂ ਪਰਮੇਸ਼ਰ ਨੇ ਜੀਉ ਪ੍ਰਾਣ ਤਨ ਧਨ ਦੀਆ। ਜੀਉ ਜਿੰਦ ਜਾਨ, ਜੀਵ ਆਤਮਾ, ਪ੍ਰਾਣ ਸਵਾਸ, ਤਨ ਭੌਤਿਕ ਸਰੀਰ ਅਤੇ ਧਨ, ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ। ਦੀਨੇ ਰਸ ਭੋਗ, ਅਤੇ ਜਿੰਨੇ ਰਸਦਾਇਕ ਸਵਾਦਲੇ ਭੋਗ ਪਦਾਰਥ ਨੇ, ਖਾਣ ਦੇ ਪਹਿਨਣ ਦੇ ਕਿੰਨੇ ਪ੍ਰਕਾਰ ਦੇ ਨੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਜਿੰਨੇ ਸਵਾਦਲੇ ਭੋਗ ਪਦਾਰਥ ਨੇ, ਇਹ ਵੀ ਸਾਰੇ ਵਾਹਿਗੁਰੂ ਨੇ ਦਿੱਤੇ ਹਨ। ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ। ਫਿਰ ਉਸ ਵਾਹਿਗੁਰੂ ਨੇ ਰਚ ਭਲੇ ਸੰਜੋਗ, ਸੋਹਣੇ ਸੰਜੋਗ ਰਚ ਕੇ, ਸੰਜੋਗ ਤੋਂ ਭਾਵ ਹੈ ਚੰਗੇ ਭਾਗ,
ਚੰਗੀ ਕਿਸਮਤ, ਚੰਗੇ ਨਸੀਬ ਬਣਾ ਕੇ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਰਹਿਣ ਦੇ ਲਈ ਸੋਹਣੇ ਘਰ ਦੇ ਦਿੱਤੇ ਨੇ, ਤੇ ਸਾਡੇ ਰਹਿਣ ਲਈ ਮੰਦਰ, ਪੱਕੇ ਮਕਾਨ, ਕੋਠੀਆਂ, ਬੰਗਲੇ, ਮਹਿਲ ਵੀ ਦੇ ਦਿੱਤੇ ਨੇ, ਤੇ ਰਥ ਤੇ ਅਸ ਘੋੜੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਦਿੱਤੇ ਨੇ। ਰਥ ਬੜੀ ਆਰਾਮਦਾਇਕ ਅਸਵਾਰੀ ਮੰਨੀ ਗਈ ਸੀ, ਤੇ ਘੋੜ ਅਸਵਾਰੀ ਇੱਕ ਸ਼ਾਹੀ ਅਸਵਾਰੀ ਮੰਨੀ ਗਈ ਹੈ। ਪਰ ਹਜ਼ੂਰ ਕਹਿੰਦੇ ਨੇ ਇਹ ਸਾਰੇ ਸੁੱਖ ਵਾਹਿਗੁਰੂ ਪਰਮੇਸ਼ਰ ਨੇ ਹੀ ਦਿੱਤੇ ਹਨ। ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ। ਉਹ ਵਾਹਿਗੁਰੂ ਸਭ ਕੁਝ ਦੇਣ ਦੇ ਯੋਗ ਸਮਰੱਥ ਹੈ, ਉਹ ਸਭ ਕੁਝ ਦੇ ਸਕਦਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਸਨੇ ਕੀ ਕੀ ਸਾਨੂੰ ਦਿੱਤਾ ਹੈ, ਕਦੀ ਧਿਆਨ ਨਾਲ ਸੋਚਿਆ ਕਰੋ। ਸੁਤ ਆ ਜਿਹੜੇ ਪੁੱਤਰ ਨੇ, ਸੰਤਾਨ ਹੈ, ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ। ਬੰਤਾ ਇਸਤਰੀ, ਕਈਆਂ ਦੇ ਵਿਆਹ ਹੀ ਨਹੀਂ ਹੁੰਦੇ, ਤਰਸਦੇ ਫਿਰਦੇ ਨੇ, ਕਈਆਂ ਦੇ ਘਰ ਵਾਲੀਆਂ ਚੜ੍ਹਾਈ ਕਰ ਜਾਂਦੀਆਂ, ਉਹ ਵੀ ਆਵਾਜ਼ਾਰ ਹੋ ਜਾਂਦੇ ਨੇ। ਇਹ ਸਾਰੇ ਸੁੱਖ ਵਾਹਿਗੁਰੂ ਨੇ ਦਿੱਤੇ ਨੇ, ਪੁੱਤਰ ਵੀ, ਬੰਤਾ ਇਸਤਰੀ ਵੀ, ਤੇ ਸਾਜਨ ਜਿਹੜੇ ਸੁਹਿਰਦ ਮਿੱਤਰ ਨੇ, ਜਿਗਰੀ ਦੋਸਤ ਨੇ, ਤੇ ਸੇਵਕ ਸੇਵਾਦਾਰ ਨੇ, ਇਹ ਵੀ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਹੀ ਦਿੱਤੇ ਹਨ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦੇ ਪਰਉਪਕਾਰ ਚੇਤੇ ਰੱਖੋ ਤੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਨ ਨਾਲ ਕੀ ਮਿਲੇਗਾ? ਤਨ ਮਨ ਹਰਿਆ, ਤੁਹਾਡਾ ਤਨ ਮਨ ਹਰਾ ਭਰਾ ਹੋ ਜਾਵੇਗਾ। ਸਦਾ ਦਿਵਾਲੀ ਸਾਧ ਕੀ ਅੱਠੇ ਪੈਰ ਬਸੰਤ। ਜਿਹੜੇ ਮਹਾਂਪੁਰਖ ਨੇ ਨਾਮ ਜਪਣ ਵਾਲੇ, ਉਹਨਾਂ ਨੂੰ ਹਮੇਸ਼ਾ ਸਾਰੇ ਦਿਨ ਹੀ ਦੀਵਾਲੀ ਵਾਂਗੂ ਖੁਸ਼ੀ ਭਰੇ ਹੁੰਦੇ ਨੇ, ਤੇ ਅੱਠੇ ਪੈਰ ਉਹਨਾਂ ਦਾ ਮਨ ਖਿੜਿਆ ਰਹਿੰਦਾ ਹੈ। ਲਹਿ ਜਾਹੇ ਵਿਜੋਗ, ਤੇ ਵਾਹਿਗੁਰੂ ਦਾ ਸਿਮਰਨ ਕਰਕੇ ਜਿਹੜਾ ਪਰਮੇਸ਼ਰ ਦੇ ਨਾਲੋਂ ਸਾਡਾ ਵਿਛੋੜਾ ਪਿਆ ਹੋਇਆ, ਇਹ ਵਿਛੋੜਾ ਵੀ ਲਹਿ ਜਾਵੇਗਾ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦਾ ਸਿਮਰਨ ਕਰਕੇ ਸਾਡਾ ਉਸ ਪਰਮ ਪਿਤਾ ਵਾਹਿਗੁਰੂ ਨਾਲ ਮਿਲਾਪ ਹੋ ਜਾਵੇਗਾ, ਤੇ ਸਾਡਾ ਤਨ ਤੇ ਮਨ ਹਰਾ ਭਰਾ ਹੋ ਜਾਵੇਗਾ। ਸਾਧ ਸੰਗ ਹਰ ਗੁਣ ਰਮਹੋ, ਬਿਨਸੇ ਸਭ ਰੋਗ। ਤੇ ਫਿਰ ਨਾਲ ਸਾਧ ਸੰਗਤ ਦੇ ਨਾਲ ਮਿਲ ਕੇ ਹਰ ਗੁਣ ਰਮਹੋ, ਉਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੋ। ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰੋ। ਇੱਕ ਹੈ ਨਾਮ, ਨਾਮ ਜਾਤੀ ਸਾਧਨ ਹੈ, ਕੀਰਤਨ ਜਮਾਤੀ ਸਾਧਨ ਹੈ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲ ਕੇ ਉੱਠ ਹਰ ਨਾਮ ਤੇ ਆਵੇ। ਫਿਰ ਸੰਗਤ ਵਿੱਚ ਆ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰੇ। ਸਾਧ ਸੰਗ ਹਰ ਗੁਣ ਰਮੋ, ਤੇ ਇਹਦੇ ਨਾਲ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਨੇ ਬਿਨਸੇ ਸਭ ਰੋਗ, ਸਾਰੇ ਰੋਗ ਨਾਸ ਹੋ ਜਾਣਗੇ। ਤਨ ਦੇ ਰੋਗ, ਮਨ ਦੇ ਰੋਗ, ਅਥਵਾ ਆਦਿ ਵਿਆਧੀ ਉਪਾਧੀ, ਇਹ ਤਿੰਨ ਕਿਸਮ ਦੇ ਰੋਗ ਨੇ, ਇਹ ਸਾਰੇ ਦੇ ਸਾਰੇ ਨਾਸ ਹੋ ਜਾਣਗੇ। ਸ਼ਲੋਕ ਕੁਟੰਬ ਯਤਨ ਕਰਨੰ, ਮਾਇਆ ਅਨੇਕ ਉਦਮ ਹੈ। ਹੁਣ ਚੌਥੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਦਿਗਵਿਜੈ ਪੰਡਤ ਨੂੰ ਇੱਕ ਖਾਸ ਨੁਕਤਾ ਸਮਝਾਉਣ ਲੱਗੇ ਨੇ। ਦੇਖ ਲਓ, ਮਨੁੱਖ ਦਾ ਸੁਭਾਅ ਹੈ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜੇ ਤਾਹਰ ਜਗ ਉਧਰੈ ਵਿਰਲਾ ਪਾਏ ਕੋਈ। ਕੁਟੰਬ ਯਤਨ ਕਰਨ, ਇਹ ਮਨੁੱਖ ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਬੜੇ ਯਤਨ ਕਰਦਾ। ਅੱਜ ਜਿੰਨੀ ਦੁਨੀਆ ਹਰਲ ਹਰਲ ਕਰਦੀ ਭੱਜੀ ਫਿਰਦੀ, ਕਾਹਦੇ ਵਾਸਤੇ ਹੈ? ਕਿਸੇ ਨੂੰ ਪੁੱਛ ਲਵੋ, ਕਹਿੰਦੇ ਅਸੀਂ ਪਰਿਵਾਰ ਪਾਲਣਾ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਸਾਰਾ ਕੁਝ ਕਰ ਰਹੇ ਹਾਂ। ਮਨੁੱਖ ਆਪਣੇ ਪਰਿਵਾਰ ਦੇ ਲਈ ਬੜੇ ਯਤਨ ਕਰਦਾ। ਮਾਇਆ ਅਨੇਕ ਉਦਮ ਹੈ, ਤੇ ਫਿਰ ਮਾਇਆ ਪ੍ਰਾਪਤੀ ਵਾਸਤੇ ਵੀ ਬੜੇ ਉਪਰਾਲੇ ਕਰਦਾ ਰਹਿੰਦਾ। ਪਰਿਵਾਰ ਦੀ ਪਾਲਣਾ ਵਾਸਤੇ ਯਤਨ ਉਦਮ ਕਰਦਾ ਰਹਿੰਦਾ, ਤੇ ਮਾਇਆ ਦੇ ਲਈ ਕਈ ਤਰ੍ਹਾਂ ਦੇ ਪੁਰਸ਼ਾਰਥ ਕਰਦਾ ਹੈ। ਹਰ ਭਗਤ ਭਾਵਹੀਣ ਨਾਨਕ, ਪ੍ਰਭ ਬਿਸਰਤ ਤੇ ਪ੍ਰੇਰਤ ਹੈ। ਹਰ ਭਗਤ ਭਾਵਹੀਣ, ਇੱਥੇ ਵਿਸਰਾਮ ਹੈ ਵੀ ਪਰ ਇਹ ਮਨੁੱਖ ਹੋਰ ਪਾਸੇ ਤੇ ਲੱਗਿਆ ਰਹਿੰਦਾ ਹੈ, ਪਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਹੀਣੰਗ ਦਾ ਅਰਥ ਹੈ ਸਖਣਾ ਰਹਿ ਜਾਂਦਾ। ਪਰਿਵਾਰ ਲਈ
ਯਤਨ ਕਰਦਾ ਰਹਿੰਦਾ ਹੈ, ਮਾਇਆ ਲਈ ਅਨੇਕਾਂ ਉਪਰਾਲੇ ਕਰਦਾ ਰਹਿੰਦਾ ਹੈ, ਪਰ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ। ਪ੍ਰੇਮਾ ਭਗਤੀ ਤੋਂ, ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਸਖਣਾ ਰਹਿ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਿਤ ਹੈ। ਭਾਈ ਜੀ ਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ ਫਿਰ ਉਹਨੂੰ ਪ੍ਰੇਤ ਬਣਨਾ ਪੈਂਦਾ। ਪ੍ਰੇਤ ਇੱਕ ਜੂਨੀ ਹੈ। ਪ੍ਰੇਤ ਬਣਦਾ ਕਿਵੇਂ ਹੈ, ਇਹਦੇ ਬਾਰੇ ਭਗਤ ਅਲੋਚਨ ਜੀ ਨੇ ਜ਼ਿਕਰ ਕੀਤਾ ਹੈ। ਅੰਤ ਕਾਲ ਜੋ ਮੰਦਰ ਸਿਮਰ ਹੈ, ਐਸੀ ਚਿੰਤਾ ਮਹਿ ਜੇ ਮਰਹਿ, ਪ੍ਰੇਤ ਜੋਨ ਵਲ ਵਲ ਅਵਤਰੈ। ਜੇ ਮਰਨ ਵੇਲੇ ਘਰ ਦੇ ਵਿੱਚ ਸੁਤਾ ਰਹਿ ਜਾਂਦੀ ਹੈ, ਫਿਰ ਆਦਮੀ ਦੀ ਰੂਹ ਉੱਥੇ ਭਟਕਦੀ ਹੈ। ਉਸ ਭਟਕਦੀ ਰੂਹ ਨੂੰ ਪ੍ਰੇਤ ਕਹਿੰਦੇ ਨੇ। ਕਈ ਲੋਕ ਤਾਂ ਮੰਨਦੇ ਨਹੀਂ, ਕਹਿੰਦੇ ਭੂਤ ਪ੍ਰੇਤ ਗੁਪਤ ਰੂਹਾਂ ਹੁੰਦੀਆਂ ਹੀ ਨਹੀਂ, ਕੋਈ ਗੈਬੀ ਸ਼ਕਤੀ ਹੁੰਦੀ ਹੀ ਨਹੀਂ। ਪਰ ਇਹ ਵਾਹਿਗੁਰੂ ਪਰਮੇਸ਼ਰ ਨੇ ਸਭ ਤਰ੍ਹਾਂ ਦੀ ਸ੍ਰਿਸ਼ਟੀ ਬਣਾਈ ਹੈ। ਆਪੈ ਸੂਖਮ ਆਪੈ ਅਸੂਲਾ, ਲਖੀ ਨਾ ਜਾਈ ਨਾਨਕ ਲੀਲਾ। ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ, ਫਿਰ ਉਹਨੂੰ ਪ੍ਰੇਤ ਜੋਨੀ ਪ੍ਰਾਪਤ ਹੁੰਦੀ ਹੈ। ਇਸੇ ਲਈ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਉਹਦੇ ਨਾਲ ਹੀ ਪ੍ਰੇਤਾਂ ਦਾ ਵੀ ਉਧਾਰ ਹੁੰਦਾ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੈ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੈ। ਇਹ ਨਾਮ ਬਾਣੀ ਦੇ ਨਾਲ ਪ੍ਰੇਤਾਂ ਦਾ ਵੀ ਉਧਾਰ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਨੂੰ ਭੁੱਲ ਜਾਣ ਕਰਕੇ ਮਨੁੱਖ ਪ੍ਰੇਤ ਬਣਦਾ, ਉਹਦੀ ਸੁਤਾ ਘਰ ਦੇ ਵਿੱਚ ਰਹਿੰਦੀ ਹੈ ਤੇ ਫਿਰ ਉਹ ਭਟਕਦੀ ਰਹਿੰਦੀ ਹੈ। ਟੁੱਟੜਿਆ ਸਾ ਪ੍ਰੀਤ ਜੋ ਲਾਈ ਬਿਆਨ ਸਿਉ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਸਾਜ ਕਹੋ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਨੂੰ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਪ੍ਰੇਮ ਕਰਨਾ ਚਾਹੀਦਾ, ਕਿਉਂਕਿ ਉਹ ਨਾਲ ਨਿਭਦ ਹੈ। ਬਿਨ ਗੋਬਿੰਦ ਅਵਰ ਸੰਗ ਨੀਹਾ, ਉਹ ਜਾਣੋ ਸਦਾ ਦੁਹੇਲਾ। ਵਾਹਿਗੁਰੂ ਤੋਂ ਬਿਨਾਂ ਅਸੀਂ ਹੋਰ ਕਿਸੇ ਨਾਲ ਜੋ ਪ੍ਰੇਮ ਲਾਉਨੇ ਆ, ਉਹ ਸਾਰਾ ਝੂਠਾ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਟੁੱਟੜਿਆ ਸਾ ਪ੍ਰੀਤ, ਉਹ ਪ੍ਰੀਤ, ਉਹ ਮੁਹੱਬਤ, ਉਹ ਪਿਆਰ ਟੁੱਟ ਜਾਂਦਾ ਹੈ ਜੋ ਲਾਈ ਬਿਆਨ ਸਿਉ, ਜੋ ਅਸੀਂ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਲਾਇਆ ਹੋਵੇ। ਉਹ ਪ੍ਰੀਤੀ, ਉਹ ਪਿਰਹੜੀ, ਉਹ ਮੁਹੱਬਤ ਟੁੱਟ ਜਾਂਦੀ ਹੈ ਜੋ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਨਾਲ ਲਾਈ ਹੁੰਦੀ ਹੈ। ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਉਸ ਵਾਹਿਗੁਰੂ ਦੇ ਪ੍ਰੇਮ ਦੀ ਰੀਤ ਹੀ ਸੱਚੀ ਯਥਾਰਥ ਹੈ, ਹਮੇਸ਼ਾ ਨਿਭਣ ਵਾਲੀ ਹੈ। ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆ। ਤੇ ਸਾਨੂੰ ਹਰ ਵੇਲੇ ਸਾਈਂ ਮਾਲਕ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ, ਬਾਣੀ ਦੇ, ਭਗਤੀ ਦੇ, ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿਣਾ ਚਾਹੀਦਾ ਹੈ। ਪੌੜੀ ਜਿਸ ਬਿਸਰਤ ਤਨ ਭਸਮ ਹੋਏ, ਕਹਤੇ ਸਭ ਪ੍ਰੇਤ। ਲਓ ਪੌੜੀ ਛੰਦ ਵਿੱਚ ਅੱਗੇ ਹਜ਼ੂਰ ਫਰਮਾਉਂਦੇ ਨੇ ਜਿਸ ਵਾਹਿਗੁਰੂ ਨੂੰ ਭੁੱਲ ਜਾਣ ਕਰਕੇ ਤਨ ਭਸਮ ਹੋਏ, ਸਰੀਰ ਭਸਮ ਦੀ ਢੇਰੀ ਬਣ ਜਾਂਦਾ। ਜਦੋਂ ਆਪਾਂ ਸੰਸਕਾਰ ਕਰਦੇ ਹਾਂ ਉਸ ਤੋਂ ਪਿੱਛੋਂ ਕੀ ਰਹਿ ਜਾਂਦਾ? ਸਵਾਹ ਦੀ ਢੇਰੀ ਹੀ ਹੁੰਦਾ ਨਾ ਸਰੀਰ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਵਾਹਿਗੁਰੂ ਨੂੰ ਭੁੱਲ ਜਾਣ ਕਰਕੇ ਸਰੀਰ ਭਸਮ ਸਵਾਹ ਦੀ ਢੇਰੀ ਬਣ ਜਾਂਦਾ ਹੈ ਤੇ ਫਿਰ ਕਹਦੇ ਸਭ ਪ੍ਰੇਤ, ਕਹਿੰਦੇ ਵੀ ਹੁਣ ਤੇ ਪ੍ਰੇਤ ਬਣ ਗਿਆ। ਜਦੋਂ ਸਾਡੇ ਸਰੀਰ ਵਿੱਚੋਂ ਰੂਹ ਨਿਕਲ ਜਾਂਦੀ ਹੈ ਤੇ ਸਰੀਰ ਦਾ ਸੰਸਕਾਰ ਕਰ ਦਿੰਦੇ ਹਾਂ, ਜੇ ਕਿਸੇ ਨੂੰ ਫੇਰ ਕੋਈ ਦਿਖਾਈ ਦੇਵੇ ਨਾ, ਕਹਿੰਦੇ ਉਹ ਤੇ ਪ੍ਰੇਤ ਬਣਿਆ ਮੈਨੂੰ ਦਿਖਾਈ ਦਿੰਦਾ। ਤੇ ਜੇ ਨਹੀਂ ਦਿਖਾਈ ਦਿੰਦਾ ਇਹਦਾ ਮਤਲਬ ਵੀ ਉਹਦੀ ਗਤੀ ਹੋ ਜਾਂਦੀ ਹੈ। ਜੇ ਕੋਈ ਦਿਖਾਈ ਦਿੰਦਾ ਤੇ ਫਿਰ ਉਹਨੂੰ ਲੋਕੀ ਪ੍ਰੇਤ ਕਹਿ ਦਿੰਦੇ ਹਨ। ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ, ਜਿਨ ਸਿਉ ਸੋਈ ਹੇਤ। ਦੂਜਾ ਇਹਦਾ ਪ੍ਰੇਤ ਦਾ ਅਰਥ ਅਪਵਿੱਤਰ ਵੀ ਕੀਤਾ ਵੀ ਜਦੋਂ ਸਰੀਰ ਖਾਕ ਦੀ ਢੇਰੀ ਬਣ ਜਾਂਦਾ ਹੈ ਤੇ ਫਿਰ ਇਹ ਸਰੀਰ ਨੂੰ ਸਾਰੇ ਪ੍ਰੇਤ ਅਪਵਿੱਤਰ ਕਹਿਣ ਲੱਗ ਜਾਂਦੇ ਨੇ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਨਾ, ਫਿਰ ਉਹਦੇ ਸਰੀਰ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਜੇ ਕੋਈ ਉਹਦਾ ਇਸ਼ਨਾਨ ਵੀ ਕਰਾਉਂਦੇ ਨੇ, ਕਹਿੰਦੇ ਹੁਣ ਆ ਕੇ ਆਪ ਵੀ ਇਸ਼ਨਾਨ ਕਰੋ, ਵੀ ਆਪਾਂ ਉਸ ਮ੍ਰਿਤਕ ਸਰੀਰ ਨੂੰ ਹੱਥ ਲਾਏ ਸਨ। ਇਹ ਵੀ ਇੱਕ ਮਰਜ਼ਾਦਾ ਪ੍ਰਚਲਿਤ ਹੈ। ਜਦੋਂ ਕਿਸੇ ਪ੍ਰਾਣੀ ਦਾ ਆਪਾਂ ਸੰਸਕਾਰ ਕਰਾ ਕੇ ਆਉਨੇ, ਉਦੋਂ ਬਾਅਦ ਕਹਿੰਦੇ ਇਸ਼ਨਾਨ ਕਰ ਲਓ, ਕੱਪੜੇ ਬਦਲ ਲਵੋ।
ਹਜ਼ੂਰ ਕਹਿੰਦੇ ਨੇ ਮਰੇ ਹੋਏ ਸਰੀਰ ਨੂੰ ਅਪਵਿੱਤਰ ਆਖਿਆ ਜਾਂਦਾ ਹੈ। ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ, ਫਿਰ ਇਹ ਖਿਨ ਭਰ ਵੀ 1 ਸੈਕਿੰਡ ਵੀ ਉਹਨੂੰ ਘਰ ਦੇ ਵਿੱਚ ਨਹੀਂ ਵਸਣ ਦਿੰਦੇ। ਕੌਣ ਨਹੀਂ ਵਸਣ ਦਿੰਦੇ? ਜਿਨ ਸਿਉ ਸੋਈ ਹੇਤ, ਵੀ ਜਿਨ੍ਹਾਂ ਦੇ ਨਾਲ ਉਹਦਾ ਪ੍ਰੇਮ ਹੁੰਦਾ ਸੀ ਉਹੀ ਨਹੀਂ ਵਸਣ ਦਿੰਦੇ। ਜਿਹੜੇ ਉਸਦੇ ਆਪਦੇ ਹੀ ਪਰਿਵਾਰ ਦੇ ਜੀ ਹੁੰਦੇ ਨੇ, ਪਰਿਵਾਰ ਦੇ ਮੈਂਬਰ ਹੁੰਦੇ ਨੇ, ਉਹੀ ਕਹਿੰਦੇ ਨੇ ਵੀ ਹੁਣ ਅਸੀਂ ਇਹ ਤੋਂ ਕੀ ਲੈਣਾ, ਇਹ ਤੇ ਹੁਣ ਪ੍ਰੇਤ ਬਣ ਗਿਆ ਹੈ, ਇਹ ਤੇ ਹੁਣ ਮਰ ਗਿਆ ਹੈ, ਹੁਣ ਅਸੀਂ ਇਸ ਤੋਂ ਕੀ ਲੈਣਾ? ਇਹ ਸਰੀਰ ਤੇ ਮਿੱਟੀ ਹੈ, ਇਹਨੂੰ ਚੱਕੋ, ਲੈ ਜਾਓ ਬਾਹਰ, ਇਹਨੂੰ ਅਗਨ ਭੇਟ ਕਰ ਦੇਵੋ। ਇਹੀ ਸਾਰਿਆਂ ਦੇ ਨਾਲ ਹਸ਼ਰ ਹੁੰਦਾ ਹੈ। ਕਰ ਅਨਰਥ ਦਰਬ ਸੰਚਿਆ, ਸੋ ਕਾਰਜ ਕੇਤ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮਨੁੱਖ ਅਨਰਥ ਤੋਂ ਭਾਵ ਹੈ ਪਾਪ ਕਰ ਕਰਕੇ, ਝੂਠ ਬੋਲ ਕੇ, ਠੱਗੀਆਂ ਮਾਰ ਕੇ, ਬੇਈਮਾਨੀਆਂ ਕਰਕੇ, ਉਪਦਰਵ ਕਰਕੇ, ਜ਼ੁਲਮ ਕਰਕੇ, ਗਰੀਬ ਮਾਰ ਕਰਕੇ ਜੋ ਇਸ ਮਨੁੱਖ ਨੇ ਤਨ ਇਕੱਠਾ ਕੀਤਾ ਹੁੰਦਾ ਹੈ, ਸੋ ਕਾਰਜ ਕੇਤੁ ਭਾਈ ਕਿਸ ਕੰਮ ਆਇਆ ਹੈ? ਭਾਵ ਜਦੋਂ ਆਦਮੀ ਚੜ੍ਹਾਈ ਕਰ ਜਾਂਦਾ ਫਿਰ ਉਹ ਤਨ ਅੱਗੇ ਤੇ ਨਾਲ ਜਾਂਦਾ ਨਹੀਂ ਤੇ ਨਾ ਹੀ ਕਿਸੇ ਕੰਮ ਆਉਂਦਾ ਹੈ। ਜੋ ਪਾਪ ਕਰ ਕਰਕੇ ਮਾਇਆ ਇਕੱਠੀ ਕੀਤੀ ਹੁੰਦੀ ਹੈ ਉਹ ਸਾਰੀ ਇੱਥੇ ਹੀ ਛੱਡ ਕੇ ਚਲਿਆ ਜਾਂਦਾ ਹੈ, ਉਹ ਇਹਦੇ ਕਿਸੇ ਕੰਮ ਨਹੀਂ ਆਉਂਦੀ। ਜੈਸਾ ਬੀਜੈ ਸੋ ਲੁਣੈ, ਕਰਮ ਇਹੋ ਖੇਤ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਇਹ ਜਿਹੜਾ ਸਰੀਰ ਹੈ ਇਹ ਕਰਮ ਭੂਮੀ ਹੈ, ਇਹ ਕਰਮਾਂ ਦਾ ਖੇਤ ਹੈ। ਅਸੀਂ ਜਿਹੋ ਜਿਹਾ ਪੁੰਨ ਪਾਪ ਦਾ ਬੀਜ ਬੀਜਦੇ ਹਾਂ, ਜਿਹਾ ਬੀਜਾ ਸੋ ਲੁਣੈ, ਉਹੀ ਸਾਨੂੰ ਕੱਟਣਾ ਪੈਂਦਾ। ਸਰੀਰ ਕਰਮਾਂ ਦਾ ਖੇਤ ਹੈ, ਕਰਮ ਭੂਮੀ ਹੈ। ਇਹਦੇ ਵਿੱਚ ਸੋਚ ਵਿਚਾਰ ਕੇ ਕੰਮ ਕਰਨੇ ਚਾਹੀਦੇ ਨੇ। ਜੇ ਅਸੀਂ ਇਹਦੇ ਵਿੱਚ ਪਾਪਾਂ ਦੇ ਬੀਜ ਬੀਜਾਂਗੇ ਫਿਰ ਉਹਦਾ ਫਲ ਦੁੱਖ ਸਹਾਰਨਾ ਪੈਂਦਾ ਹੈ। ਜੇ ਪੁੰਨਾਂ ਦੇ ਬੀਜ ਬੀਜਾਂਗੇ ਫਿਰ ਉਹਦਾ ਫਲ ਸੁੱਖ ਸਾਨੂੰ ਪ੍ਰਾਪਤ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਕਿਸਾਨ ਆਪਣੇ ਖੇਤ ਵਿੱਚ ਬੀਜ ਬੀਜਦਾ ਉਹਨੂੰ ਪਹਿਲਾਂ ਹੀ ਸੋਚਣਾ ਪੈਂਦਾ, ਮੈਂ ਕਿਹੜਾ ਬੀਜ ਬੀਜਣਾ, ਕਿਹਦੀ ਲੋੜ ਹੈ, ਕਿਹਦੇ ਨਾਲ ਮੈਨੂੰ ਲਾਭ ਹੋ ਸਕਦਾ। ਜੇ ਬਿਨਾਂ ਸੋਚੇ ਵਿਚਾਰੇ ਕੋਈ ਬੀਜ ਬੀਜਦਾ ਫਿਰ ਉਹਨੂੰ ਕਈ ਵਾਰੀ ਪਛਤਾਉਣਾ ਵੀ ਪੈਂਦਾ। ਬਾਬਾ ਫਰੀਦ ਜੀ ਦਾ ਬਚਨ ਆਉਂਦਾ ਹੈ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉੱਨ ਕਤਾਈ ਦਾ ਪਹਿਲਾ ਲੋੜੈ ਪੱਟ। ਕੋਈ ਜੱਟ, ਕੋਈ ਜ਼ਿਮੀਂਦਾਰ ਆਪਣੇ ਖੇਤ ਵਿੱਚ ਕਿੱਕਰਾਂ ਦੇ ਬੀਜ ਬੀਜਦਾ ਅਤੇ ਭਾਲਦਾ ਬਜੌਰ ਦੇਸ਼ ਦੀਆਂ ਦਾਖਾਂ, ਮਿੱਠੇ ਅੰਗੂਰ ਖਾਣ ਲਈ ਵੀ ਮੇਵੇ ਪ੍ਰਾਪਤ ਹੋ ਜਾਣ। ਉਹਦੀ ਸਦਰ ਕਿਵੇਂ ਪੂਰੀ ਹੋ ਸਕਦੀ? ਨਹੀਂ ਹੋ ਸਕਦੀ। ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਕੱਟਣਾ ਪੈਂਦਾ। ਇਸ ਲਈ ਕੰਮ ਕਰਨ ਵੇਲੇ ਸੋਚਣਾ ਚਾਹੀਦਾ ਹੈ। ਅਕਿਰਤ ਘਣਾ ਹਰ ਵਿਸਰਿਆ, ਜੋਨੀ ਪਰਮੇਤ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਅਕਿਰਤ ਕਾਣ ਲੋਕ ਨੇ, ਅਕਿਰਤ ਕਾਣ ਕੌਣ ਹੁੰਦੇ ਨੇ? ਜਿਹੜੇ ਕੀਤੇ ਪਰਉਪਕਾਰ ਨੂੰ ਭੁਲਾ ਦਿੰਦੇ ਨੇ। ਜਿਹੜੇ ਲੋਕ ਕਹਿੰਦੇ ਨੇ ਰੱਬ ਨੇ ਸਾਨੂੰ ਦਿੱਤਾ ਕੀ ਹੈ? 10 ਵਸਤੂ ਲਈ ਪਾਛੈ ਪਾਵੈ, ਏਕ ਵਸਤ ਕਾਰਨ ਬਖੋਟ ਗਵਾਵੈ। ਏਕ ਪੀਨਾ ਦੇ 10 ਪੀ ਹਿਰ ਲੈ, ਤਉ ਮੂੜਾ ਕੋ ਕਹਾਂ ਕਰੇ। ਇਹ ਮੂਰਖ ਆਦਮੀ 10 ਚੀਜ਼ਾਂ ਲੈ ਕੇ ਉਹਨਾਂ ਨੂੰ ਪਿੱਛੇ ਸੁੱਟ ਦਿੰਦਾ ਹੈ, ਉਹਨਾਂ ਨੂੰ ਭੁੱਲ ਜਾਂਦਾ ਹੈ, ਅਤੇ ਜੇ ਇੱਕ ਨਾ ਮਿਲੇ ਉਹਦੇ ਬਾਰੇ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੰਦਾ ਹੈ। ਮਨੁੱਖ ਦਾ ਸੁਭਾਅ ਹੈ ਕਿਰਤ ਕਣ। ਅਕਿਰਤ ਕਣ ਕਹਿੰਦੇ ਨੇ ਅਹਿਸਾਨ ਫਰੋਸ਼ ਨੂੰ, ਕੀਤੇ ਪਰਉਪਕਾਰ ਨੂੰ ਜੋ ਭੁਲਾ ਦੇਵੇ। ਜਿਹੜਾ ਕਿਰਤ ਕਣ ਹੈ ਉਹਨੂੰ ਹਮੇਸ਼ਾ ਲਈ ਵਾਹਿਗੁਰੂ ਭੁੱਲ ਜਾਂਦਾ ਹੈ ਅਤੇ ਉਹਨਾਂ ਨੂੰ ਭੁੱਲਿਆ ਹੀ ਰਹਿੰਦਾ। ਜੋਨੀ ਪਰਮੇਤ, ਇਸੇ ਲਈ ਫਿਰ ਉਹਨਾਂ ਨੂੰ 84 ਲੱਖ ਜੂਨਾਂ ਦੇ ਵਿੱਚ ਭਟਕਣਾ ਪੈਂਦਾ। ਕਈ ਲੋਕ ਇਹ ਵੀ ਮੰਨਦੇ ਨੇ ਵੀ ਇਹ ਮਨੁੱਖ ਇੱਕ ਜੂਨੀ ਹੈ। ਜਦੋਂ ਮਨੁੱਖ ਮਰ ਜਾਂਦਾ ਹੈ ਫਿਰ ਉਸ ਤੋਂ ਬਾਅਦ ਉਹਨੂੰ ਹੋਰ ਜੂਨਾਂ ਦੇ ਵਿੱਚ ਹੀ ਭਟਕਣਾ ਪੈਂਦਾ। ਕਈ ਜਿਹੜੇ ਐਸੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਨਾਸਤਿਕ ਕਹਿ ਸਕਦੇ ਹਾਂ, ਉਹ ਨਾ ਤੇ ਰੂਹ ਤੇ ਆਤਮਾ 'ਤੇ ਵਿਸ਼ਵਾਸ ਕਰਦੇ ਹਨ ਅਤੇ ਨਾ ਹੀ ਉਹ ਰੱਬ ਦੀ ਦਰਗਾਹ 'ਤੇ, ਜਿਸ ਨੂੰ ਸਵਰਗ ਨਰਕ ਵੀ ਆਪਾਂ ਕਹਿ ਦਿੰਦੇ ਹਾਂ, ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਜਿਹੜਾ ਰੂਹ ਨੂੰ ਨਹੀਂ ਮੰਨਦਾ ਅਤੇ ਰੱਬ ਨੂੰ ਨਹੀਂ ਮੰਨਦਾ ਉਹ ਨਾਸਤਿਕ ਹੁੰਦਾ। ਅਤੇ ਜਿਹੜੇ ਇਹੋ ਜਿਹੇ ਅਕਿਰਤ ਕਾਣ ਲੋਕ ਨੇ ਜਿਨ੍ਹਾਂ ਨੂੰ ਰੱਬ ਭੁੱਲਿਆ ਹੁੰਦਾ ਹੈ, ਜੋਨੀ ਪਰਮੇਤ, ਫਿਰ ਉਹ 84 ਲੱਖ ਜੂਨਾਂ ਦੇ ਵਿੱਚ ਭਟਕਦੇ ਰਹਿੰਦੇ ਹਨ। ਸ਼ਲੋਕ ਕੋਟ ਦਾਨ ਇਸਨਾਨੰ
ਅਨਕ ਸੋਦਨ ਪਵਿੱਤਰ ਤਹਿ। ਲੋ ਹੁਣ ਅੱਗੇ 5ਵੇਂ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਉਸ ਯੁੱਗ ਵਿੱਚ ਪੰਡਤ ਨੂੰ ਕਹਿੰਦੇ ਨੇ, ਮਨੁੱਖ ਆਪਣੇ ਪਾਪਾਂ ਨੂੰ ਦੂਰ ਕਰਨ ਦੇ ਲਈ ਬੜੇ ਯਤਨ ਕਰਦਾ। ਤੀਰਥ ਵਰਤ ਯਾਰ ਦਾਨ ਕਰ, ਮਨ ਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਕੋਟ ਦਾਨ ਇਸ਼ਨਾਨ, ਕਰੋੜਾਂ ਤਰ੍ਹਾਂ ਦਾ ਦਾਨ ਕਰਦਾ, ਕਰੋੜਾਂ ਤੀਰਥਾਂ ਵਿੱਚ ਇਸ਼ਨਾਨ ਵੀ ਕਰਦਾ ਹੈ। ਅਨਕ ਸੋਧਨ ਪਵਿੱਤਰਤਾ, ਤੇ ਅਨੇਕਾਂ ਸੋਧਨ ਦਾ ਅਰਥ ਹੈ ਸੋਧ ਸੁਧਾਈਆਂ ਵੀ ਕਰਦਾ ਹੈ, ਤੇ ਬਹੁਤ ਸਾਰੀਆਂ ਪਵਿੱਤਰਤਾਈਆਂ ਵੀ ਕਰਦਾ ਹੈ। ਜਿਵੇਂ ਕਰਮਕਾਂਡੀ ਲੋਕ ਉਹ ਆਪਣੇ ਵਸਤਰਾਂ ਨੂੰ ਵੀ ਧੋਂਦੇ ਰਹਿੰਦੇ ਨੇ, ਹੱਥਾਂ ਨੂੰ ਵੀ ਧੋਂਦੇ ਰਹਿੰਦੇ ਨੇ, ਤੇ ਇਸ਼ਨਾਨ ਵੀ ਬਾਰ-ਬਾਰ ਕਰਦੇ ਨੇ ਵੀ ਸਾਡਾ ਸਰੀਰ ਸੁੱਚਾ ਹੋਵੇ। ਪਰ ਹੁਣ ਕੱਚੀ ਕੰਧ ਨੂੰ ਜਿੰਨਾ ਮਰਜ਼ੀ ਧੋ ਲਵੋ ਉਹ ਕਦੇ ਪਵਿੱਤਰ ਨਹੀਂ ਹੋ ਸਕਦੀ। ਪਰ ਅਸੀਂ ਨਾਮ ਜਪ ਕੇ ਆਪਣੇ ਮਨ ਨੂੰ ਤੇ ਸਰੀਰ ਨੂੰ ਪਵਿੱਤਰ ਕਰ ਸਕਦੇ ਹਾਂ। ਨਹੀਂ ਤੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਜੇ ਲੱਖਾਂ ਵਾਰੀ ਵੀ ਆਪਾਂ ਆਪਣੇ ਸਰੀਰ ਨੂੰ ਪਵਿੱਤਰ ਕਰਨ ਦੇ ਲਈ ਕਰਮ ਕਰਦੇ ਰਹੀਏ, ਤੀਰਥ ਵਰਤ ਇਸ਼ਨਾਨ ਆਦਿ ਕਰਦੇ ਰਹੀਏ, ਇਹਦੇ ਨਾਲ ਹੰਕਾਰ ਦੂਰ ਨਹੀਂ ਹੋ ਸਕਦਾ, ਇਹਦੇ ਨਾਲ ਮਨ ਦੀ ਮੈਲ ਨਹੀਂ ਧੋਤੀ ਜਾ ਸਕਦੀ। ਕਾਚੀ ਪੀਤ ਨਾ ਸੁੱਧ, ਕੱਚੀ ਕੰਧ ਕਦੇ ਸਾਫ਼ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਸੋਧਨ ਦਾ ਅਰਥ ਹੈ ਬਹੁ ਵਚਨ, ਵੀ ਉਹ ਅਨੇਕਾਂ ਤਰ੍ਹਾਂ ਦੇ ਸੋਧ ਸੁਧਾਈਆਂ ਦੇ ਕਰਮ ਵੀ ਤੇ ਸਰੀਰ ਨੂੰ ਪਵਿੱਤਰ ਰੱਖਣ ਦੇ ਯਤਨ ਵੀ ਕਰਦੇ ਰਹੇ। ਉਚਰੰਤ ਨਾਨਕ ਹਰ ਹਰ ਰਸਨਾ, ਸਰਬ ਪਾਪ ਵਿਮੋਚਤੇ। ਪਰ ਮਨ ਦੀ ਜੀਵਨ ਦੀ ਪਵਿੱਤਰਤਾ ਨਹੀਂ ਹੋਈ। ਦੂਜਾ ਪਾਠ ਇਹ ਵੀ ਕੀਤਾ, ਕੋਟ ਦਾਨ ਇਸ਼ਨਾਨ ਅਨਕ ਸੋਧ ਨਾ ਪਵਿੱਤਰਤਾ, ਨਾਸ ਹੋ ਜਾਂਦੇ ਨੇ। ਰਿਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਨਾਲ ਹੀ ਪਾਪ ਧੋਤੇ ਜਾ ਸਕਦੇ ਨੇ, ਤੇ ਹੋਰ ਕਰੋੜਾਂ ਦਾਨ ਇਸ਼ਨਾਨ ਕਰਨੇ, ਕਰਮ ਕਾਂਡ ਦੀਆਂ ਸੋਧਾਂ ਕਰਨੀਆਂ, ਇਹਦੇ ਨਾਲ ਕਦੇ ਸਾਡਾ ਮਨ ਪਵਿੱਤਰ ਨਹੀਂ ਹੋ ਸਕਦਾ। ਇੰਦੋਣ ਕੀਤੋ ਮੂੰਹ ਕਣਾ, ਭੋਰੀ ਦਿੱਤੀਮ ਪਾਹੇ। ਗਰੀਬਨ ਵਾਲੇ ਸਤਿਗੁਰੂ ਜੀ ਫਰਮਾਉਂਦੇ ਹਨ, ਇੰਦਨ ਕੀਤੋ ਮੂੰਹ ਕਣਾ, ਵੀ ਦੇਖੋ ਕਿਸੇ ਮਨੁੱਖ ਨੇ ਇੰਦਨ ਕੀਤੋ ਮੂੰਹ ਕਣਾ, ਕਣਾ ਦਾ ਅਰਥ ਹੈ ਬਹੁਤਾ, ਇੰਦਨ ਦਾ ਅਰਥ ਹੈ ਬਾਲਣ ਇਕੱਠਾ ਕੀਤਾ। ਤੇ ਜਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਇਹ ਵੀ ਕੀਤਾ, ਇੰਦਨ ਕੀਤੋ ਮੂੰਹ ਕਣਾ, ਵੀ ਮੈਂ ਉਤਮ ਪੁਰਖ ਦੇ ਵਿੱਚ ਵੀ ਮੈਂ ਬਹੁਤ ਸਾਰਾ ਇੰਦਨ ਬਾਲਣ ਇਕੱਠਾ ਕੀਤਾ। ਭੋਰੀ ਦਿੱਤੀਮ ਪਾਹੇ, ਫਿਰ ਮੈਂ ਉਹਨੂੰ, ਭੋਰੀ ਦਾ ਅਰਥ ਹੈ ਥੋੜ੍ਹੀ ਜਿਹੀ, ਰਤਾ ਭਾਰ, ਪਾਹੇ ਦਾ ਅਰਥ ਹੈ ਅੱਗ ਦੇ ਦਿੱਤੀ। ਬਹੁਤ ਸਾਰਾ ਲੱਕੜਾਂ ਦਾ ਢੇਰ ਇਕੱਠਾ ਕੀਤਾ, ਫਿਰ ਉਹਨੂੰ ਥੋੜ੍ਹੀ ਜਿਹੀ ਅੱਗ ਲਾ ਦਿੱਤੀ। ਮਨ ਵਸੰਦੜੋ ਸੱਚ ਸਹੋ, ਨਾਨਕ ਹੱਬੇ ਡੁਖੜੇ ਉਲਾਹੇ। ਗਰੀਬਨ ਵਾਲੇ ਸਤਿਗੁਰੂ ਜੀ ਫਰਮਾਉਂਦੇ ਨੇ, ਜਿਵੇਂ ਇੱਕੋ ਅੱਗ ਦੀ ਚੰਗਿਆੜੀ ਮਣਾਂ ਨੂੰ ਇੰਧਨ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਹੀ ਸ਼ਕਤੀ ਨਾਮ ਦੇ ਵਿੱਚ ਹੈ। ਮਨ ਵਸੰਦੜੋ ਸੱਚ ਸਹੋ, ਜਦੋਂ ਸੱਚਾ ਸਹੋ ਪਤੀ ਪਰਮੇਸ਼ਰ ਤੇ ਉਸ ਦਾ ਨਾਮ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ, ਨਾਨਕ ਹੱਬੇ ਡੁਖੜੇ ਉਲਾਹੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਾਰੇ ਦੁਖੜੇ ਦਾ ਅਰਥ ਹੈ ਦੁੱਖਾਂ ਨੂੰ ਲਾਹ ਦਿੰਦੇ। ਇਹ ਲਹਿੰਦੇ ਦੇਸ਼ ਦੀ ਬੋਲੀ ਹੈ, ਉਹ ਦੱਦੇ ਦੀ ਥਾਂ ਤੇ ਡੰਡਾ ਵਰਤੇ ਨੇ, ਤੇ ਆਪਾਂ ਦੁੱਖ ਕਹਿੰਦੇ ਉਹ ਦੁਖੜੇ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ, ਜਦੋਂ ਸੋ ਪਤੀ ਪਰਮੇਸ਼ਰ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ ਨਾ, ਫਿਰ ਉਹ ਸਾਡੇ ਸਾਰੇ ਦੁਖੜਿਆਂ ਨੂੰ, ਸਾਡੇ ਸਾਰੇ ਦੁੱਖਾਂ ਨੂੰ ਨਾਸ ਕਰ ਦਿੰਦਾ ਹੈ। ਪੌੜੀ ਕੋਟ ਅੱਗਾ ਸਭ ਨਾਸ ਹੋਏ, ਸਿਮਰਤ ਹਰ ਨਾਉ। ਹੁਣ ਪੌੜੀ ਵਿੱਚ ਫਿਰ ਉਸੇ ਹੀ ਸਿਧਾਂਤ ਨੂੰ ਖੋਲ ਕੇ ਬਿਆਨ ਕਰਦੇ ਹਨ। ਪੌੜੀ ਛੰਦ ਦਾ ਨਾਮ ਹੈ। ਕੋਟ ਅੱਗਾ ਸਭ ਨਾਸ ਹੋਏ, ਸਿਮਰਤ ਹਰ ਨਾਉ। ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਾਂ, ਕਿਉਂਕਿ ਨਾਮ ਦੁਆਰਾ ਵਾਹਿਗੁਰੂ ਚੇਤੇ ਆਉਂਦਾ, ਨਾਮ ਜਪ ਕੇ ਹੀ ਅਸੀਂ ਵਾਹਿਗੁਰੂ ਨੂੰ ਯਾਦ ਕਰ ਸਕਦੇ ਹਾਂ। ਕਿਸੇ ਮਨੁੱਖ ਨੂੰ ਵੀ ਆਪਾਂ ਜਦੋਂ ਯਾਦ ਕਰਦੇ, ਪਹਿਲਾਂ ਉਸ ਦਾ ਨਾਮ ਸਾਡੀ ਜ਼ੁਬਾਨ 'ਤੇ ਆਉਂਦਾ, ਨਾਮ ਤੋਂ ਸਾਨੂੰ ਉਸ ਦੀ ਯਾਦ ਤਾਜ਼ਾ ਹੁੰਦੀ ਹੈ। ਹਜ਼ੂਰ ਕਹਿੰਦੇ, ਜਦੋਂ ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦੇ ਹਾਂ,
ਕੋਟ ਅੱਗਾ ਸਭ ਨਾਸ ਹੋਏ। ਇਹਦੇ ਨਾਲ ਕਰੋੜਾਂ ਪਾਪ ਸਾਡੇ ਸਾਰੇ ਨਾਸ ਹੋ ਜਾਂਦੇ ਹਨ। ਮਨ ਚਿੰਦੇ ਫਲ ਪਾਈ ਹੈ, ਹਰ ਕੇ ਗੁਣ ਗਾਓ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸਿਮਰਨ ਵੀ ਕਰੋ ਤੇ ਨਾਲ ਹਰ ਕੇ ਗੁਣ ਗਾਓ, ਵਾਹਿਗੁਰੂ ਦੇ ਗੁਣਾਂ ਨੂੰ ਵੀ ਗਾਓ। ਨਾਮ ਤੇ ਕੀਰਤਨ ਇਹ ਪ੍ਰਧਾਨ ਸਾਧਨ ਨੇ। ਫਿਰ ਇਹਦਾ ਫਲ ਕੀ ਹੋਵੇਗਾ? ਮਨ ਚਿੰਦੇ ਫਲ ਪਾਈਏ। ਤੁਸੀਂ ਮਨ ਚਿਤਵੇ, ਮਨ ਇੱਛਤ ਸਾਰੇ ਫਲ ਪ੍ਰਾਪਤ ਕਰ ਲਵੋਗੇ। ਇਹਦਾ ਮਤਲਬ ਇਹ ਹੈ, ਨਾਮ ਦੇ ਨਾਲ ਪਾਪ ਨਾਸ ਹੁੰਦੇ ਨੇ ਤੇ ਕੀਰਤਨ ਦੁਆਰਾ ਮਨ ਚਿਤਵੇ ਫਲ ਪ੍ਰਾਪਤ ਹੁੰਦੇ ਹਨ। ਜਨਮ ਮਰਨ ਪੈ ਕੱਟੀਐ, ਨਿਹਚਲ ਸਚ ਥਾਓ। ਨਾਮ ਜਪ ਕੇ ਕੀਰਤਨ ਭਗਤੀ ਕਰਕੇ ਜਨਮ ਮਰਨ ਦਾ ਪੈ ਡਰ ਵੀ ਕੱਟਿਆ ਜਾਂਦਾ ਹੈ ਤੇ ਨਿਹਚਲ ਸੱਚ ਥਾਓ, ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਚਲ ਤੇ ਸੱਚਾ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਆਪਾਂ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੀਂ, ਆਤਮਿਕ ਸ਼ਾਂਤੀ ਪ੍ਰਦਾਨ ਕਰੀ। ਪਰ ਹਜ਼ੂਰ ਕਹਿੰਦੇ ਨੇ, ਜੇ ਅਸੀਂ ਪਹਿਲਾਂ ਹੀ ਸਿਮਰਨ ਕਰਦੇ ਹੋਈਏ, ਪਹਿਲਾਂ ਹੀ ਕੀਰਤਨ ਭਗਤੀ ਕਰਦੇ ਹੋਈਏ, ਫਿਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਚਲ ਤੇ ਸੱਚਾ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ। ਪੂਰਬ ਹੋਵੇ ਲਿਖਿਆ, ਹਰ ਚਰਨ ਸਮਾਓ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜੇ ਸਾਡੇ ਮੱਥੇ ਤੇ ਪੂਰਬਲਾ ਭਾਗ ਲਿਖਿਆ ਹੋਵੇ, ਪੂਰਬ ਦੋ ਭਾਵ ਹੈ, ਕੋਈ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੋਵੇ, ਭਗਤੀ ਕੀਤੀ ਹੋਵੇ, ਭਜਨ ਬੰਦਗੀ ਕੀਤੀ ਹੋਵੇ ਤੇ ਸਾਡੇ ਮੱਥੇ ਤੇ ਚੰਗਾ ਭਾਗ ਲਿਖਿਆ ਹੋਵੇ, ਹਰ ਚਰਨ ਸਮਾਓ। ਭਾਈ ਫੇਰ ਵਾਹਿਗੁਰੂ ਦੇ ਚਰਨਾਂ ਵਿੱਚ ਸਮਾਓ ਦਾ ਅਰਥ ਹੈ ਅਭੇਦ ਹੋਇਆ ਜਾਂਦਾ। ਆਪਾਂ ਕਹਿੰਦੇ ਨਾ, ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਜਾਂ ਕਈ ਇਹ ਵੀ ਸ਼ਬਦ ਵਰਤੇ ਨੇ ਵੀ ਫਲਾਣੇ ਮਹਾਂਪੁਰਖ ਬ੍ਰਹਮ ਲੀਨ ਹੋ ਗਏ, ਹਰ ਚਰਨ ਸਮਾਓ, ਵੀ ਉਹ ਵਾਹਿਗੁਰੂ ਵਿੱਚ ਲੀਨ ਹੋ ਗਏ ਨੇ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਕੁਰਬਾਨ। ਜਿਹੜਾ ਜਿਉਂਦੇ ਜੀ ਰੱਬ ਨੂੰ ਚੇਤੇ ਨਹੀਂ ਕਰਦਾ, ਉਹ ਮਰ ਕੇ ਵੀ ਕਦੇ ਰੱਬ ਨੂੰ ਨਹੀਂ ਮਿਲ ਸਕਦਾ। ਜਿਹੜਾ ਜਿਉਂਦੇ ਜੀ ਵਾਹਿਗੁਰੂ ਦੀ ਭਗਤੀ ਕਰਦਾ ਹੈ, ਫਿਰ ਉਹੀ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਕੇ ਸਮਾਉਂਦਾ ਹੈ। ਕਰ ਕਿਰਪਾ ਪ੍ਰਭ ਰਾਖ ਲਿਹੋ, ਨਾਨਕ ਬਲ ਜਾਓ। ਅਖੀਰ ਤੇ ਅਰਦਾਸ ਬੇਨਤੀ ਕੀਤੀ ਹੈ, ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਰੱਖ ਲਵੋ। ਅਸੀਂ ਚਾਹੇ ਚੰਗੀ ਹਾਂ ਚਾਹੇ ਮਾੜੇ ਹਾਂ, ਪੁੰਨੀ ਹਾਂ ਚਾਹੇ ਪਾਪੀ ਹਾਂ, ਧਰਮੀ ਹਾਂ ਚਾਹੇ ਅਧਰਮੀ ਹਾਂ, ਕੁਝ ਵੀ ਹਾਂ, ਪਰ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਗੇ ਅਸ ਗੋਬਿੰਦਾਸ ਤੁਹਾਰ। ਗਰੀਬਨ ਵਾਜ ਸਤਿਗੁਰੂ ਜੀ ਕਿਰਪਾ ਕਰਕੇ ਤੁਸੀਂ ਸਾਨੂੰ ਰੱਖ ਲਵੋ। ਨਾਨਕ ਬਲ ਜਾਓ, ਅਸੀਂ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਸ਼ਲੋਕ ਗ੍ਰਹਿ ਰਚਨਾ ਅਪਾਰੰ, ਮਨ ਬਿਲਾਸ ਸਵਾਦੰ ਰਸ ਹੈ। ਹੁਣ ਅੱਗੇ 6ਵੇਂ ਸ਼ਲੋਕ ਦੇ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਮਨੁੱਖ ਦੀ ਪ੍ਰਮਾਦੀ ਦਸ਼ਾ ਦਾ ਜ਼ਿਕਰ ਕਰਦੇ ਨੇ। ਪ੍ਰਮਾਦ ਕਿਸ ਨੂੰ ਕਹਿੰਦੇ ਨੇ? ਕਾਰਨ ਜੋਗ ਜੋ ਵਸ ਹੈ, ਤਾਂ ਕਿ ਇੱਛਾ ਹੋਏ ਤਾਂ ਕੋ ਨਾ ਪੁਨ ਕੀਜੀਏ, ਪ੍ਰਮਾਦ ਕਹਾਵੈ ਸੋਏ। ਪਤਾ ਹੈ ਵੀ ਇਹ ਕੰਮ ਸਾਨੂੰ ਕਰਨਾ ਚਾਹੀਦਾ ਹੈ, ਪਰ ਅਸੀਂ ਫੇਰ ਵੀ ਨਹੀਂ ਕਰਦੇ। ਐਵੇਂ ਹੀ ਕੰਨ ਮੁੱਢ ਮਾਰਦੇ ਰਹਿੰਦੇ ਹਾਂ, ਆਲਸ ਕਰਦੇ ਰਹਿੰਦੇ ਹਾਂ। ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ। ਨਾਨਕ ਜੇ ਤਾਹਰ ਜਗ ਉਤਰੇ, ਵਿਰਲਾ ਪਾਏ ਕੋਈ। ਹੋਰ ਕੰਮ ਅਸੀਂ ਸਾਰੇ ਕਰਦੇ ਹਾਂ। ਲਾਈਟ ਬੁਝੀ ਤੋਂ ਵੀ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ, ਪਰ ਜੀ ਆਖੀ ਬਾਣੀ ਪੜ੍ਹ ਲਓ, ਸਿਮਰਨ ਕਰ ਲਓ, ਉਸ ਪਾਸੋਂ ਸਾਡਾ ਮਨ ਢਿੱਲ ਮੱਠ ਕਰਦਾ ਰਹਿੰਦਾ ਹੈ। ਲਓ ਗਰੀਬਨ ਵਾਲ ਸਤਿਗੁਰੂ ਜੀ ਫਰਮਾਉਂਦੇ ਹਨ, ਗ੍ਰਹਿ ਰਚਨਾ ਆਪਾਰੰ, ਵੀ ਜਿਹੜੀ ਘਰ ਦੀ ਆਪਾਰੰ ਦਾ ਅਰਥ ਹੈ ਅਨੇਕਾਂ ਪ੍ਰਕਾਰ ਦੀ ਰਚਨਾ, ਉਹ ਅਸੀਂ ਕਰਦੇ ਰਹਿੰਦੇ ਹਾਂ। ਜਦੋਂ ਕਿਸੇ ਨੇ ਨਵਾਂ ਘਰ ਬਣਾਉਣਾ ਹੁੰਦਾ ਹੈ ਨਾ, ਫਿਰ ਉਹਦੇ ਵਿੱਚ ਕਹਿੰਦਾ ਇੱਥੇ ਆਹ ਕਮਰਾ ਬਣਾਉਣਾ, ਇੱਥੇ ਬੈੱਡਰੂਮ ਬਣਾਉਣਾ, ਇੱਥੇ ਬਾਥਰੂਮ ਬਣਾਉਣਾ, ਇੱਥੇ ਕਿਚਨ ਬਣਾਉਣੀ, ਇੱਥੇ ਡਰਾਇੰਗ ਰੂਮ ਬਣਾਉਣਾ, ਇੱਥੇ ਆਹ ਕੁਛ ਕਰਨਾ। ਗ੍ਰਹਿ ਰਚਨਾ ਅਪਾਰੰ, ਅਨੇਕਾਂ ਤਰ੍ਹਾਂ ਦੀ ਘਰਾਂ ਦੀ ਅਸੀਂ ਰਚਨਾ ਕਰਦੇ ਹਾਂ। ਮਨ ਬਿਲਾਸ ਸਵਾਦੰ ਰਸ ਹੈ, ਅਤੇ ਸਾਡੇ ਮਨ ਦੇ ਵਿੱਚ ਬਿਲਾਸ, ਖਾਣ ਪੀਣ ਦਾ ਬੜਾ ਸ਼ੌਕ ਅਤੇ ਬੜੀਆਂ ਖੁਸ਼ੀਆਂ ਅਤੇ ਚਾਅ ਭੜਿਆ ਰਹਿੰਦਾ ਹੈ।
ਤੇ ਸਵਾਦੰਗ ਰਸਾ ਜਿਹੜੇ ਬੜੇ ਸਵਾਦਲੇ ਰਸ ਨੇ, ਸਵਾਦੰਗ ਰਸਾ ਸਵਾਦਲੇ ਰਸ ਨੇ, ਅਥਵਾ ਸਵਾਦੰਗ ਰਸਾ ਜਿਹੜੇ ਅਨੇਕਾਂ ਤਰ੍ਹਾਂ ਦੇ ਪਦਾਰਥਾਂ ਦੇ ਸਵਾਦ ਨੇ ਤੇ ਉਹਨਾਂ ਦੇ ਰਸ ਨੇ, ਉਹਨਾਂ ਨੂੰ ਪ੍ਰਾਪਤ ਕਰਕੇ ਮਨ ਬੁਲਾ ਸਾਡੇ ਮਨ ਦੇ ਵਿੱਚ ਬੜਾ ਖੁਸ਼ੀਆਂ ਤੇ ਖੇੜਾ ਭਰਿਆ ਰਹਿੰਦਾ ਹੈ। ਕਦਾਂਚ ਨਹਿ ਸਿਮਰੰਤ ਨਾਨਕ ਤੇ ਜੰਤ ਬਿਸਟਾ ਕ੍ਰਿਮ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਘਰਾਂ ਦੀ ਰਚਨਾ ਵੀ ਸੁੰਦਰ ਕਰ ਲਈ ਤੇ ਖਾਣ ਪਹਿਨਣ ਦੇ ਆਨੰਦ ਵੀ ਸਾਰੇ ਮਾਣ ਲਏ। ਕਦਾਂਚ ਨਹਿ ਸਿਮਰੰਤ ਨਾਨਕ, ਪਰ ਅਸੀਂ ਕਦੇ ਭੁੱਲ ਕੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ। ਸਾਡੇ ਮਨ ਦੇ ਵਿੱਚ ਘਰਾਂ ਦੀ ਯਾਦ, ਪਰਿਵਾਰ ਦੇ ਜੀਆਂ ਦੀ ਯਾਦ, ਮਿੱਤਰਾਂ ਦੋਸਤਾਂ ਦੀ ਯਾਦ, ਮਾਇਆ ਦੀ ਯਾਦ, ਇਹ ਤਾਂ ਹਮੇਸ਼ਾ ਲਈ ਆਉਂਦੀ ਰਹਿੰਦੀ, ਪਰ ਕਦੇ ਰੱਬ ਨੂੰ ਚੇਤੇ ਕੀਤਾ। ਬਾਣੀ ਪੜ੍ਹਦਿਆਂ ਵੀ ਮਨ ਦੇ ਵਿੱਚ ਹੋਰ ਹੀ ਫੁਰਨੇ ਉੱਠਦੇ ਨੇ, ਹੋਰ ਹੀ ਚਿਤਵਣੀਆਂ ਉੱਠਦੀਆਂ ਰਹਿੰਦੀਆਂ ਨੇ। ਇਸੇ ਲਈ ਹਾਜ਼ੂਰ ਕਹਿੰਦੇ ਨੇ ਕਦੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਮਨੁੱਖ ਤੇ ਸੰਤ ਤੇ ਜੰਤ ਬਿਸ਼ਟਾ ਕ੍ਰਿਮ ਹੈ, ਉਹ ਜੀਵ ਭਾਈ ਫਿਰ ਬਿਸ਼ਟਾ ਦਾ ਕੀੜਾ ਬਣਦਾ। ਜਿਸ ਦਾ ਘਰ ਦੇ ਵਿੱਚ ਮੋਹ ਰਹਿ ਜਾਂਦਾ ਹੈ, ਪਰਿਵਾਰ ਵਿੱਚ ਮੋਹ ਰਹਿ ਜਾਂਦਾ ਹੈ, ਤੇ ਫਿਰ ਉਹਨੂੰ ਬਿਸ਼ਟਾ ਦਾ ਕੀੜਾ ਬਣਨਾ ਪੈਂਦਾ। ਇੱਕ ਬਜ਼ੁਰਗ ਸੀ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ, ਭਾਈ ਤੂੰ ਉਮਰ ਭੋਗ ਲਈ ਹੈ ਵੀ ਚੱਲ ਹੁਣ ਸਾਡੇ ਨਾਲ ਤੂੰ ਸੰਗਤ ਕਰ, ਨਾਮ ਬਾਣੀ ਨਾਲ ਜੁੜ, ਤੇਰੀ ਕਲਿਆਣ ਹੋ ਜਾਵੇਗੀ। ਉਹਦਾ ਹੁਣ ਘਰ ਦੇ ਵਿੱਚ ਮੋਹ ਸੀ, ਕਹਿਣ ਲੱਗਾ ਨਹੀਂ ਮੈਂ ਨਹੀਂ ਜੀ ਜਾ ਸਕਦਾ ਤੁਹਾਡੇ ਨਾਲ, ਮੈਂ ਘਰ ਦੇ ਵਿੱਚ ਰਹਿਣਾ, ਮੇਰਾ ਇੱਥੇ ਸਤਿਕਾਰ ਹੁੰਦਾ ਹੈ, ਮੈਨੂੰ ਸਭ ਕੁਝ ਬੈਠੇ ਬਿਠਾਏ ਨੂੰ ਖਾਣ ਪੀਣ ਨੂੰ ਪ੍ਰਾਪਤ ਹੁੰਦਾ, ਇਸ ਲਈ ਮੈਂ ਨਹੀਂ ਜਾਣਾ। ਸਤਿਗੁਰੂ ਕਹਿਣ ਲੱਗੇ ਭਾਈ ਮੋਹ ਛੱਡ ਦੇ, ਹੁਣ ਬਥੇਰੀ ਉਮਰ ਭੋਗ ਲਈ। ਕਹਿੰਦਾ ਨਹੀਂ ਜੀ ਮੋਹ ਨਹੀਂ ਛੱਡਿਆ ਜਾ ਸਕਦਾ। ਸਤਿਗੁਰੂ ਚਲੇ ਗਏ, ਫੇਰ ਆਏ ਨੇ, ਬਜ਼ੁਰਗ ਦਿਖਾਈ ਨਹੀਂ ਦਿੱਤਾ। ਪੁੱਛਣ ਲੱਗੇ ਤੁਹਾਡਾ ਬਜ਼ੁਰਗ ਹੁੰਦਾ ਸੀ, ਕਹਿੰਦੇ ਉਹ ਤੇ ਜੀ ਚੜ੍ਹਾਈ ਕਰ ਗਿਆ, ਹੁਣ ਕਿੱਥੇ ਹੈ? ਸਤਿਗੁਰੂ ਕਹਿਣ ਲੱਗੇ ਉਹਦੀ ਰੂਹ ਇੱਥੇ ਭਟਕਦੀ ਹੋਣੀ। ਫਿਰ ਬਲਦ ਦੀ ਜੂਨ ਵਿੱਚ ਪਿਆ ਹੋਇਆ ਸੀ, ਉਹਨੂੰ ਸਤਿਗੁਰੂ ਕਹਿਣ ਲੱਗੇ ਪਹਿਲਾਂ ਤੇ ਇਨਸਾਨ ਸੀ, ਹੁਣ ਹੈਵਾਨ ਬਣ ਗਿਆ, ਬਲਦ ਬਣ ਗਿਆ, ਹੁਣ ਤੇਰੀ ਕਲਿਆਣ ਕਰ ਦਈਏ। ਕਹਿੰਦਾ ਨਹੀਂ, 500 ਦਾ ਮੈਂ ਮਰੂੰਗਾ, 500 ਦਾ ਕਰਜ਼ਾ ਸਿਰ ਚੜ੍ਹ ਜਾਵੇਗਾ ਮੇਰੇ ਮੁੰਡਿਆਂ ਦੇ, ਇਸ ਲਈ ਮੈਂ ਨਹੀਂ ਮਰਨਾ ਚਾਹੁੰਦਾ, ਮੈਨੂੰ ਮੁਕਤੀ ਦੀ ਕੋਈ ਲੋੜ ਨਹੀਂ, ਤੁਸੀਂ ਜਾਓ। ਸਤਿਗੁਰੂ ਚਲੇ ਗਏ ਨੇ। ਫਿਰ ਤੀਜੀ ਵਾਰ ਆਏ, ਕਹਿਣ ਲੱਗੇ ਭਾਈ ਇੱਥੇ ਤੁਹਾਡੇ ਬੈਲ ਹੁੰਦਾ ਸੀ, ਕਹਿੰਦੇ ਉਹ ਵੀ ਮਰ ਗਿਆ ਸੀ ਜੀ। ਫਿਰ ਸਤਿਗੁਰੂ ਨੇ ਦਿਵ ਦ੍ਰਿਸ਼ਟੀ ਨਾਲ ਦੇਖਿਆ, ਕੁੱਤਾ ਬਣਿਆ ਹੋਇਆ ਸੀ। ਕਹਿੰਦੇ ਹੁਣ ਤੇ ਕੁੱਤਾ ਬਣ ਗਿਆ, ਹੁਣ ਤੇਰੀ ਕਲਿਆਣ ਕਰ ਦਈਏ। ਕਹਿੰਦਾ ਨਹੀਂ ਮੈਂ ਘਰ ਦੀ ਰਾਖੀ ਰੱਖਦਾ, ਇਹ ਸੌਂ ਜਾਂਦੇ ਨੇ, ਇਸ ਲਈ ਹੁਣ ਤੁਸੀਂ ਜਾਓ, ਮੈਨੂੰ ਹਾਲੇ ਮੁਕਤੀ ਦੀ ਲੋੜ ਨਹੀਂ। ਇਹ ਮੋਹ ਸੀ ਨਾ, ਵਾਸ਼ਨਾ ਸੀ। ਤੇ ਫਿਰ ਸਤਿਗੁਰੂ ਚਲੇ ਗਏ ਨੇ। ਫਿਰ ਉਹਨੂੰ ਸੱਪ ਦੀ ਜੂਨ ਮਿਲੀ, ਮੋਹ ਦਾ ਮਾਰਿਆ। ਹੁਣ ਇਹਦੇ ਪਰਿਵਾਰ 'ਚੋਂ ਕੋਈ ਛੋਟਾ ਬੱਚਾ ਸੀ, ਉਹਦੇ ਕੋਲ ਆਇਆ ਤੇ ਘਰਦਿਆਂ ਨੇ ਸੋਚਿਆ ਵੀ ਬੱਚੇ ਕੋਲ ਸੱਪ ਆ ਗਿਆ। ਹੁਣ ਆਪਾਂ ਆਪਣੇ ਘਰਾਂ ਦੇ ਵਿੱਚ ਪਾਲਤੂ ਜਾਨਵਰ ਤੇ ਰੱਖਦੇ ਹਾਂ, ਮੱਝਾਂ, ਗਾਈਆਂ, ਬਲਦ, ਕੁੱਤੇ ਵੀ ਰੱਖ ਲਏ, ਪਰ ਸੱਪ ਨੂੰ ਕੋਈ ਨਹੀਂ ਰੱਖਦਾ। ਹੁਣ ਜਦੋਂ ਸੱਪ ਨੂੰ ਦੇਖਿਆ ਤੇ ਉਸੇ ਵੇਲੇ ਰੌਲਾ ਪੈ ਗਿਆ ਤੇ ਲੋਕਾਂ ਨੇ ਚੱਕੀਆਂ ਡਾਂਗਾਂ ਤੇ ਉਹਨਾਂ ਨੇ ਉਸ ਦਾ ਭੋਗ ਪਾ ਦਿੱਤਾ, ਕੀਰਤਨ ਸੋਹਿਲਾ ਪੜ੍ਹ ਦਿੱਤਾ। ਸਤਿਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਿਆ। ਫਿਰ 5ਵੀਂ ਵਾਰੀ ਸਤਿਗੁਰੂ ਆਏ, ਇਹ ਬਿਸ਼ਟਾ ਦਾ ਕੀੜਾ ਬਣਿਆ ਸੀ। ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆਂ ਨੂੰ ਬਾਹਰ ਕੱਢ। ਬਾਹਰ ਕੱਢਿਆ, ਸਵੱਛ ਜਲ ਮੰਗਵਾਇਆ, ਸਤਿਨਾਮ ਵਾਹਿਗੁਰੂ ਕਹਿ ਕੇ ਜਲ ਛਿੜਕਿਆ, ਉਹਦੀ ਆਤਮਾ ਨੂੰ ਪ੍ਰਬੁੱਧ ਕੀਤਾ। ਸਤਿਗੁਰੂ ਕਹਿਣ ਲੱਗੇ ਭਾਈ ਤੂੰ ਮੋਹ ਦੇ ਕਾਰਨ ਕਿੰਨੀਆਂ ਜੂਨਾਂ ਭੋਗੀਆਂ ਨੇ, ਪਹਿਲਾਂ ਇਨਸਾਨ ਸੀ, ਫਿਰ ਹੈਵਾਨ ਬਲਦ ਬਣਿਆ, ਫਿਰ ਕੁੱਤਾ ਬਣਿਆ, ਫਿਰ ਸੱਪ ਬਣਿਆ, ਹੁਣ ਗੰਦਗੀ ਦਾ ਕੀੜਾ ਬਣਿਆ, ਹੁਣ ਦੱਸ ਤੇਰੀ ਕਲਿਆਣ ਕਰ ਦਈਏ। ਕਹਿੰਦਾ ਮਹਾਰਾਜ ਹੁਣ ਬੜਾ ਦੁਖੀ ਹਾਂ, ਹੁਣ ਤੇ ਨਰਕੀ ਜੀਵਨ ਬਸਰ ਕਰ ਰਿਹਾ ਹਾਂ ਤੇ ਮੇਰੀ ਕਲਿਆਣ ਕਰ ਦਿਓ। ਸਤਿਗੁਰੂ ਦਿਆਲੂ ਕਿਰਪਾਲੂ ਸਨ, ਉਹਨਾਂ ਨੇ ਫਿਰ ਉਸ ਦੀ ਕਲਿਆਣ ਕੀਤੀ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰੋ ਉਤਾਰੇ। ਇਹ ਸਤਿਗੁਰੂ ਦਾ ਬਿਰਦ ਹੈ, ਜਿਹੜਾ ਸ਼ਰਨ ਵਿੱਚ ਆ ਜਾਵੇ ਫਿਰ ਉਹਦਾ ਉਧਾਰ ਕਰ ਦਿੰਦੇ ਹਨ। ਮੁੱਚ ਅਡੰਬਰ ਹਬ ਕੇਹੋ, ਮੰਜ ਮੁਹੱਬਤ ਨੇਹ। ਹੁਣ ਦੂਜੇ ਸ਼ਲੋਕ ਦੇ ਵਿੱਚ ਲਹਿੰਦੀ ਬੋਲੀ ਹੈ, ਮੁੱਚ ਅਡੰਬਰ ਹਬ ਕੇਹੋ। ਅਸੀਂ ਬਹੁਤ ਵੱਡੇ ਵੱਡੇ ਆਡੰਬਰ ਪ੍ਰਪੰਚ ਕਰਦੇ ਹਾਂ, ਠਾਠ ਬਾਠ ਬਣਾਉਣੇ ਹਾਂ, ਬੜੇ ਬੜੇ ਡੇਰੇ, ਬੜੇ ਬੜੇ ਮਹਿਲ ਉਸਾਰਦੇ ਹਾਂ, ਤੇ ਹੱਬ ਕੇ ਹੋਰ ਸਾਰੀਆਂ ਸਹੂਲਤਾਂ ਵੀ ਅਸੀਂ ਉਹਨਾਂ ਵਿੱਚ ਪੈਦਾ ਕਰਦੇ ਹਾਂ। ਮੰਝ ਮੁਹੱਬਤ ਨੇ ਹੋ,
ਤੇ ਸਾਡੇ ਹਿਰਦੇ ਵਿੱਚ ਵੀ ਜਿਹੜੇ ਬਹੁਤੇ ਪਸਾਰੇ ਕੀਤੇ ਹੁੰਦੇ ਨੇ ਉਹਨਾਂ ਦੇ ਨਾਲ ਹੀ ਮੁਹੱਬਤ ਹੁੰਦੀ ਹੈ, ਤੇ ਜਿਹੜੇ ਹੋਰ ਸੁੱਖ ਦੇ ਸਾਧਨ ਹੁੰਦੇ ਨੇ ਉਹਨਾਂ ਦੇ ਨਾਲ ਹੀ ਅਸੀਂ ਨੇਹ ਪ੍ਰੇਮ ਕਰਦੇ ਹਾਂ। ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇਹ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜੇ ਉਹ ਸਾਈਂ ਮਾਲਕ ਵਾਹਿਗੁਰੂ ਪਰਮੇਸ਼ਰ ਸਾਨੂੰ ਭੁੱਲ ਜਾਂਦਾ ਹੈ ਨਾ, ਕਿਉਂ? ਬੁੱਲੇ ਸ਼ਾਹ ਨੇ ਆਖਿਆ ਸੀ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਸਾਡਾ ਮਨ ਹੈ, ਇਹਨੂੰ ਚਾਹੇ ਤੁਸੀਂ ਸੰਸਾਰ ਨਾਲ ਜੋੜ ਲਵੋ ਚਾਹੇ ਨਿਰੰਕਾਰ ਨਾਲ ਜੋੜ ਲਵੋ, ਜੁੜਨਾ ਇੱਕ ਪਾਸੇ ਹੀ ਹੈ। ਇਹਨੇ ਦੁਬਦਾ ਦੇ ਵਿੱਚ ਕੁਝ ਨਹੀਂ ਪ੍ਰਾਪਤ ਹੋ ਸਕਦਾ। ਦੋ ਘਰਾਂ ਦਾ ਪ੍ਰਾਹੁਣਾ ਵੀ ਭੁੱਖਾ ਰਹਿੰਦਾ ਹੈ, ਇੱਕ ਮਿਆਨ ਵਿੱਚ ਦੋ ਤਲਵਾਰਾਂ ਵੀ ਨਹੀਂ ਸਮਾ ਸਕਦੀਆਂ, ਇੱਕ ਜੰਗਲ ਦੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ, ਦੋ ਬੇੜੀਆਂ 'ਤੇ ਪੈਰ ਰੱਖ ਕੇ ਆਦਮੀ ਦਰਿਆ ਨਹੀਂ ਪਾਰ ਕਰ ਸਕਦਾ। ਇਸੇ ਤਰ੍ਹਾਂ ਦੁਬਦਾ ਛੱਡ ਕੇ ਇੱਕ ਪਾਸੇ ਹੋਣਾ ਚਾਹੀਦਾ। ਹਾਜ਼ੂਰ ਕਹਿੰਦੇ ਜੇ ਉਹ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ ਨਾ, ਤੇ ਫਿਰ ਇਹ ਸਾਡਾ ਸਰੀਰ ਖੇ ਮਿੱਟੀ ਹੋ ਜਾਂਦਾ ਹੈ, ਖਾਕ ਦੀ ਢੇਰੀ ਬਣ ਜਾਂਦਾ ਹੈ। ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਹੁਣ ਪੌੜੀ ਛੰਦ ਵਿੱਚ ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸ਼ਲੋਕਾਂ ਦੇ ਸਿਧਾਂਤ ਦਾ ਅਨੁਵਾਦ ਕਰਦੇ ਹਨ। ਸੁੰਦਰ ਸੇਜ ਅਨੇਕ ਸੁਖ, ਸੋਹਣੀਆਂ ਸੇਜਾਂ ਦੇ ਅਨੇਕਾਂ ਤਰ੍ਹਾਂ ਦੇ ਸੁਖ ਰਸ ਭੋਗਣ ਪੂਰੇ, ਤੇ ਪੂਰੇ ਰਸ ਭਾਵ ਜੋ ਵੀ ਸੁਖ ਦੇ ਸਾਧਨ ਨੇ ਉਹਨਾਂ ਸਾਰਿਆਂ ਦੇ ਆਨੰਦ ਨੂੰ ਮਾਣਦਾ ਹੈ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਜਿਨ੍ਹਾਂ ਕੋਲੇ ਵਾਹਿਗੁਰੂ ਨੇ ਖੁੱਲੀ ਮਾਇਆ ਦਿੱਤੀ ਹੁੰਦੀ ਹੈ, ਦਾਨੰ ਪਰਾ ਪੂਰਬਿਨ ਪੁੰਚੰਤੇ ਮਹੀਪਤੇ, ਉਹਨਾਂ ਨੂੰ ਰਾਜ ਭਾਗ ਪ੍ਰਾਪਤ ਹੁੰਦੇ ਨੇ। ਫਿਰ ਉਹ ਰਾਜੇ ਬਣ ਕੇ ਕਰਦੇ ਕੀ ਨੇ? ਗ੍ਰਹਿ ਸੋਇਨ, ਸੋਨੇ ਦੇ ਘਰ ਬਣਾਉਂਦੇ ਨੇ। ਤੁਸੀਂ ਇੱਧਰ ਜੈਪੁਰ ਜੋਧਪੁਰ ਵੱਲ ਜਾਓ, ਉੱਥੇ ਪੁਰਾਣੇ ਰਾਜਿਆਂ ਦੇ ਮਹਿਲ ਸੋਨੇ ਦੇ ਨਾਲ ਮੜੇ ਪਏ ਨੇ। ਹਾਜ਼ੂਰ ਕਹਿੰਦੇ ਇਹ ਰਾਜਿਆਂ ਦੀ ਰਚਨਾ ਹੁੰਦੀ ਹੈ, ਇਹਨੂੰ ਰਾਜ ਲੀਲਾ ਕਹਿੰਦੇ ਨੇ। ਗ੍ਰਹਿ ਸੋਇਨ, ਸੋਨੇ ਦੇ ਘਰ ਬਣਾ ਲੈਂਦੇ ਨੇ, ਤੇ ਨਾਲ ਹੀ ਚੰਦਨ ਸੁਗੰਧ ਵਿੱਚ ਚੰਦਨ ਦਾ ਲੇਪ ਕਰਕੇ ਸੋਹਣੇ ਸੁਗੰਧੀ ਵੀ ਪੈਦਾ ਕਰ ਲੈਂਦੇ ਨੇ। ਲਾਏ ਮੋਤੀ ਹੀਰੇ, ਤੇ ਬਹੁਤ ਸਾਰੇ ਹੀਰੇ ਮੋਤੀ ਉਹਨਾਂ ਵਿੱਚ ਜੜ ਲੈਂਦੇ ਹਨ। ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ। ਉਹਨਾਂ ਸੁੰਦਰ ਸੋਨੇ ਦੇ ਮਹਿਲਾਂ ਵਿੱਚ ਰਹਿ ਕੇ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾ। ਮਨ ਇੱਛੇ ਸੁਖ ਮਾਣਦਾ, ਮਨ ਇੱਛੇ ਮਨ ਬਾਸ਼ਤ ਉਹਨਾਂ ਦੇ ਵਿੱਚ ਸੁਖ ਭੋਗਦਾ ਹੈ। ਕਿਛ ਨਾਹੇ ਵਿਸੂਰੇ, ਕਦੇ ਕੋਈ ਝੋਰਾ ਕੋਈ ਗਮ ਦਿਖਾਈ ਨਹੀਂ ਦਿੰਦਾ। ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਕੀਰੇ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਵੇਖ ਲਓ ਚਾਹੇ ਰਾਜਾ ਵੀ ਕਿਉਂ ਨਾ ਹੋਵੇ, ਪਰ ਜੇ ਉਹ ਵਾਹਿਗੁਰੂ ਚੇਤੇ ਨਹੀਂ ਨਾ ਆਉਂਦਾ, ਤੇ ਫਿਰ ਉਸ ਰਾਜੇ ਨੂੰ ਵੀ ਵਿਸ਼ਟਾ ਕੇ ਕੀੜੇ, ਵਿਸ਼ਟਾ ਦਾ ਕੀੜਾ, ਗੰਦਗੀ ਦਾ ਕੀੜਾ ਬਣਨਾ ਪੈਂਦਾ। ਜਦੋਂ ਸਾਰੀ ਜ਼ਿੰਦਗੀ ਨਸ਼ਿਆਂ ਵਿਸ਼ਿਆਂ ਵਿੱਚ ਹੀ ਗਰਕ ਕਰ ਦਿੱਤੀ, ਫਿਰ ਮਰ ਕੇ ਵੀ ਉਹਨਾਂ ਨੂੰ ਨਰਕਾਂ ਦੇ ਕੀੜੇ ਬਣਨਾ ਪੈਂਦਾ ਹੈ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਕਦੇ ਸਾਨੂੰ ਮਨ ਦੀ ਸ਼ਾਂਤੀ, ਪੀਸ ਆਫ ਮਾਈਂਡ ਨਹੀਂ ਹਾਸਲ ਹੋ ਸਕਦੀ। ਕਿਤ ਬਿਦ ਮਨ ਧੀਰੇ, ਦੱਸੋ ਕਿਵੇਂ ਸਾਡਾ ਮਨ ਧੀਰਜ ਨੂੰ ਪਕੜ ਸਕਦਾ? ਨਹੀਂ ਪਕੜ ਸਕਦਾ। ਨਾਮ ਜਪ ਕੇ ਹੀ ਮਨ ਧੀਰਜ ਨੂੰ ਗ੍ਰਹਿਣ ਕਰ ਸਕਦਾ ਹੈ। ਜੇ ਅਸੀਂ ਨਾਮ ਨਹੀਂ ਜਪਾਂਗੇ, ਨਾ ਮਨ ਨੂੰ ਸ਼ਾਂਤੀ ਆਵੇਗੀ, ਤੇ ਨਾ ਹੀ ਮਨ ਕਦੇ ਧੀਰਜ ਨੂੰ ਪਕੜ ਸਕੇਗਾ। ਤੇ ਨਾਮ ਦੇ ਨਾਲ ਹੀ ਸਾਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸੇ ਲਈ ਗੁਰੂ ਮਹਾਰਾਜ ਨੇ ਫਰਮਾਇਆ, ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ। ਚੰਦਨ ਚਾਂਦਨਾ ਸਰਦ ਰੁੱਤ, ਚੰਦਨ ਵੀ ਸਾਡੀ ਮਨ ਦੀ ਤਪਸ਼ ਨੂੰ ਨਹੀਂ ਬੁਝਾ ਸਕਦਾ, ਚੰਦਰਮਾ ਵੀ ਸਾਡੇ ਮਨ ਦੀ ਤਪਸ਼ ਨੂੰ ਨਹੀਂ ਬੁਝਾ ਸਕਦਾ, ਸਰਦ ਰੁੱਤ ਵੀ ਸਾਡੇ ਮਨ ਨੂੰ ਠੰਡਾ ਨਹੀਂ ਕਰ ਸਕਦੀ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ, ਜਿਹੜੀ ਮਨ ਦੀ ਤਪਸ਼ ਹੈ ਮੂਲੋਂ ਵੀ ਕਦੇ ਨਾਸ ਨਹੀਂ ਹੋ ਸਕਦੀ। ਜੇ ਮਨ ਦੀ ਤਪਸ਼ ਨੂੰ ਦੂਰ ਕਰਨਾ, ਤੇ ਫਿਰ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਪਵੇਗਾ। ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ, ਦੁਨੀਆ ਤੇ ਅੱਗ ਵਿੱਚ ਸੜ ਰਹੀ ਹੈ, ਪਰ ਵਾਹਿਗੁਰੂ ਦਾ ਨਾਮ ਠੰਡਾ ਅੰਮ੍ਰਿਤ ਜਲ ਹੈ। ਬਲ ਤੋਂ ਜਲ ਤੋਂ ਤੌਕੀਆ ਗੁਰ ਸੰਤ ਚੰਦਨ ਸੀਤ ਲਾਇਓ,
ਇਹਦੇ ਨਾਲ ਹੀ ਸਾਡੇ ਮਨ ਨੂੰ ਸ਼ਾਂਤੀ ਤੇ ਧੀਰਜ ਪ੍ਰਾਪਤ ਹੋ ਸਕਦਾ ਹੈ। ਇਹ ਹੈ ਪਾਵਨ ਬਾਣੀ ਦੀ ਵਿਚਾਰ। 6 ਸ਼ਲੋਕਾਂ ਦੀ ਕਥਾ ਇੱਥੇ ਸੰਪੂਰਨ ਹੋਈ ਹੈ। ਸਤਿਗੁਰੂ ਮਿਹਰ ਕਰਨ ਇਸ ਗੁਰਬਾਣੀ ਦਾ ਸਿਧਾਂਤ ਸਾਡੇ ਜੀਵਨ ਵਿੱਚ ਵਸੇ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ ਤੇ ਅਸੀਂ ਲੋਕ ਸੁਖੀ ਪਰਲੋਕ ਸੁਹੇਲੇ ਬਣ ਸਕਦੇ ਹਾਂ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਿਸੂਰੇ, ਸੋ ਪ੍ਰਭ ਚਿਤ ਨ ਆਵਈ ਵਿਸਟਾ ਕੇ ਕੀਰੇ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।